ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਰ।
ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ। ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ। ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ। ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ। ਬੇਦਨ ਸਤਿਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ। ਹਰ ਹਰ ਨਾਮ ਧਿਆਈ ਰਹਾਉ। ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ। ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ। ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ। ਸੋਰਠ ਮਹੱਲਾ ਪੰਜਵਾ। ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਸੋਭਨੀਕ ਹੋ ਕੇ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦਿਆਂ ਹੋਇਆਂ ਆਪਣਾ ਜੀਵਨ ਅਤੇ ਸਮਾਂ ਸਫਲਾ ਕਰ ਰਹੇ ਹਾਂ। ਜਿਸ ਪ੍ਰਕਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਸੇਵਾ ਗ੍ਰੰਥੀ ਸਿੰਘ ਸਾਹਿਬਾਨ ਜੀ ਵੱਲੋਂ ਹੋਈ ਹੈ, ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਨਿਤਨੇਮ ਪਾਠ ਜਾਪ ਪੜ੍ਹੇ ਸੁਣੇ ਗਏ ਹਨ। ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਦੇ ਪਾਠ ਨੂੰ ਸਰਵਣ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਇਹ ਪਾਵਨ ਗੁਰਬਾਣੀ ਦੀ ਕਥਾ ਚੱਲ ਰਹੀ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਤਿਗੁਰਾਂ ਨੇ ਕਥਾ ਨੂੰ ਅਤੇ ਕੀਰਤਨ ਨੂੰ ਮਹਾਨਤਾ ਦੱਸੀ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ, ਕਥਾ ਕੀਰਤਨ ਸੁਖਦਾਈ।
ਸਤਿਗੁਰਾਂ ਦੀ ਪਾਵਨ ਗੁਰਬਾਣੀ ਚਾਹੇ ਪਾਠ ਰੂਪ ਦੇ ਅੰਦਰ ਹੈ, ਚਾਹੇ ਕੀਰਤਨ ਰੂਪ ਦੇ ਅੰਦਰ ਹੈ, ਚਾਹੇ ਕਥਾ ਰੂਪ ਦੇ ਅੰਦਰ ਹੈ। ਇਹ ਜਦੋਂ ਕੋਈ ਜੀਵ ਸੰਗਤ ਕਰਦਾ ਹੈ, ਗੁਰਬਾਣੀ ਦਾ ਪਾਠ ਸਰਵਣ ਕਰਦਾ ਹੈ, ਉਹਦਾ ਮਹੱਤਮ ਹੈ। ਇਸੇ ਪ੍ਰਕਾਰ ਜਦੋਂ ਗੁਰਬਾਣੀ ਦਾ ਕੀਰਤਨ ਸਰਵਣ ਕਰਦਾ ਹੈ, ਉਹਦਾ ਮਹੱਤਮ ਹੈ। ਇਸੇ ਪ੍ਰਕਾਰ ਹੀ ਜਦੋਂ ਕੋਈ ਗੁਰਬਾਣੀ ਦੀ ਕਥਾ ਸਰਵਣ ਕਰਦਾ ਹੈ ਤੇ ਉਸ ਦਾ ਮਹੱਤਮ ਹੈ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਬਚਨ ਕਰਦੇ ਹਨ, ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਸਤਿਗੁਰੂ ਜੀ ਕਹਿੰਦੇ ਸਭ ਤੋਂ ਉੱਤਮ ਜੇ ਕੋਈ ਕਥਾ ਹੈ ਤੇ ਉਹ ਹਰੀ ਪਰਮੇਸ਼ਰ ਦੀ ਸਿਫਤ ਸਲਾਹ ਦੀ ਕਥਾ ਹੈ। ਕਥਾ ਜਿਹੜੀ ਹੈ ਇਹ ਬੜੇ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ। ਪਿਛਲੇ ਯੁੱਗਾਂ ਦੇ ਅੰਦਰ ਸਭ ਤੋਂ ਪਹਿਲਾਂ ਵੈਦਿਕ ਕਥਾ, ਜਿਸ ਦੇ ਅੰਦਰ ਵੇਦਾਂ ਦੀ ਕਥਾ ਹੁੰਦੀ। ਇਸੇ ਪ੍ਰਕਾਰ ਫਿਰ ਸ਼ਾਸਤਰਕ ਕਥਾ, ਜਿਹਦੇ ਅੰਦਰ 6 ਸ਼ਾਸਤਰਾਂ ਦਾ ਵਿਖਿਆਨ ਹੁੰਦਾ। ਇਸੇ ਪ੍ਰਕਾਰ ਫਿਰ ਪੁਰਾਣਕ ਕਥਾ, ਜਿਸ ਦੇ ਅੰਦਰ 18 ਪੁਰਾਣਾਂ ਦੀ ਕਥਾ ਹੁੰਦੀ। ਇਸੇ ਪ੍ਰਕਾਰ ਹੀ ਫਿਰ ਭਗਵਾਨ ਰਾਮ ਚੰਦਰ ਜੀ ਦੀ ਕਥਾ, ਫਿਰ ਭਾਗਵਤ ਗੀਤਾ ਜੀ ਦੀ ਕਥਾ। ਕਲਯੁਗ ਦੇ ਸਮੇਂ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕਰਕੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਅਕਾਲੀ ਬਾਣੀ, ਧੁਰ ਕੀ ਬਾਣੀ, ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਦੀ ਉਚਾਰਨ ਕੀਤੀ ਤੇ ਨਾਲ ਹੀ ਸਤਿਗੁਰਾਂ ਨੇ ਇਸ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਿੱਖਾਂ ਦੇ ਅੰਦਰ ਪ੍ਰਾਰੰਭ ਕਰਵਾਈ। ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਪ੍ਰਾਰੰਭ ਹੋਈ। ਫਿਰ ਅੱਗੇ ਤੋਂ ਅੱਗੇ ਤੀਸਰੇ ਚੌਥੇ ਪਾਤਸ਼ਾਹ ਮਹਾਰਾਜ ਤੱਕ, ਜਿਵੇਂ ਭਾਈ ਗੁਰਦਾਸ ਸਾਹਿਬ ਜੀ, ਗੁਰੂ ਘਰ ਦੇ ਮਹਾਨ ਵਿਦਵਾਨ, ਮਹਾਨ ਤੱਤਵੇਤੇ, ਬ੍ਰਹਮ ਗਿਆਨੀ ਮਹਾਂਪੁਰਸ਼, ਜਿਨ੍ਹਾਂ ਨੇ ਵਾਰਾਂ ਦੀਆਂ ਰਚਨਾਵਾਂ ਕੀਤੀਆਂ, ਸਿੱਖ ਸੰਗਤਾਂ ਦੇ ਤਾਈਂ ਕਥਾ ਗੁਰਬਾਣੀ ਦੇ ਅਰਥਾਂ ਨੂੰ ਸਿਖਾਇਆ ਅੱਗੇ ਤੋਂ ਅੱਗੇ। ਇਸ ਪ੍ਰਕਾਰ ਕਥਾ ਦਾ ਮਹੱਤਮ ਹੈ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਜੀ ਸ਼ਬਦਾਂ ਦੁਆਰਾ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸ਼ਬਦ ਦੀ ਉਥਾਨਕਾ ਹੁੰਦੀ ਹੈ। ਉਥਾਨਕਾ ਉਸ ਨੂੰ ਆਖਿਆ ਜਾਂਦਾ ਹੈ ਕਿ ਇਹ ਸ਼ਬਦ ਸਤਿਗੁਰਾਂ ਨੇ ਕਦੋਂ ਅਤੇ ਕਿਸ ਕਾਰਨ ਨੂੰ ਲੈ ਕੇ ਉਚਾਰਨ ਕੀਤਾ। ਕਿਉਂਕਿ ਸਤਿਗੁਰਾਂ ਨੇ ਜਦੋਂ ਜਦੋਂ ਵੀ ਬਾਣੀ ਉਚਾਰਨ ਕੀਤੀ ਹੈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਕਿਤੇ ਜਾਂਦੇ, ਉੱਥੋਂ ਦੇ ਜੀਆਂ ਨੂੰ, ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ ਫਿਰ ਸਤਿਗੁਰੂ ਜੀ ਬਾਣੀ ਉਚਾਰਨ ਕਰਦੇ। ਜਿੱਦਾਂ ਦਾ ਉੱਥੇ ਕੋਈ ਕਾਰ ਵਿਹਾਰ ਚੱਲ ਰਿਹਾ ਹੁੰਦਾ, ਉਹਨੂੰ ਸਾਹਮਣੇ ਰੱਖ ਕੇ ਸਤਿਗੁਰੂ ਜੀ ਕੋਈ ਬਾਣੀ ਉਚਾਰਨ ਕਰ ਦਿੰਦੇ ਤੇ ਉਹ ਫਿਰ ਸਤਿਗੁਰਾਂ ਦੀ ਪਾਵਨ ਧੁਰ ਕੀ ਬਾਣੀ, ਜਿਹਦੇ ਅੰਦਰ ਸਾਂਝਾ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ। ਇਸੇ ਪ੍ਰਕਾਰ ਹੀ ਇਸ ਪਾਵਨ ਸ਼ਬਦ ਦੀ ਉਥਾਨਕਾ ਜੋ ਹੈ, ਇਸ ਦੇ ਅੰਦਰ ਇਹ ਰੱਖਿਆ ਦਾ ਸ਼ਬਦ ਹੈ। ਜਿਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲਕ ਸਰੂਪ ਦੇ ਅੰਦਰ ਸਤਿਗੁਰਾਂ ਦੇ ਸਾਹਿਬਜ਼ਾਦੇ ਸਨ, ਜਦੋਂ ਸਤਿਗੁਰਾਂ ਦਾ ਅਵਤਾਰ ਹੋਇਆ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ, ਗੁਰੂ ਕੀ ਵਡਾਲੀ ਦੇ ਅੰਦਰ ਅੰਮ੍ਰਿਤਸਰ ਸਾਹਿਬ ਤੋਂ ਥੋੜ੍ਹਾ ਦੂਰ, ਤਾਂ ਉਸ ਸਮੇਂ ਸਤਿਗੁਰਾਂ ਦੇ ਸਰੀਰ ਨੂੰ ਸਰੀਰਕ ਤਾਪ ਸੀ ਜਿਹੜਾ ਉਹ ਲੱਗ ਗਿਆ। ਕੋਈ ਸਰੀਰ ਨੂੰ ਤਾਪ ਜਿਹੜਾ ਸੀ ਉਹ ਵੈਦਾਂ ਹਕੀਮਾਂ ਤੋਂ ਇਲਾਜ ਕਰਾਏ ਨਾ ਟੁੱਟਿਆ। ਉਸ ਸਮੇਂ ਫਿਰ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਉਹ ਸਾਰਾ ਤਾਪ ਜਿਹੜਾ ਖਤਮ ਹੋ ਗਿਆ
ਉਸ ਸਮੇਂ ਫਿਰ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇੰਨੇ ਵੈਦ ਹਕੀਮ ਜਿਹੜੇ ਸਨ ਉਹ ਫੇਲ ਹੋ ਗਏ। ਫਿਰ ਇਹ ਇੱਕ ਛਿਣ ਦੇ ਅੰਦਰ ਹੀ ਕਿਵੇਂ ਜਿਹੜਾ ਤਾਪ ਸੀ ਉਹ ਟੁੱਟ ਗਿਆ। ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮੇਸ਼ਰ ਦੀ ਸਿਫਤ ਸਲਾਹ ਕਿ ਇਹ ਪਰਮੇਸ਼ਰ ਦੀ ਕਿਰਪਾ ਹੋਈ ਹੈ, ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਫਿਰ ਸਾਰੇ ਤਾਪ ਦੁੱਖ ਰੋਗ ਜਿਹੜੇ ਆ ਉਹ ਟੁੱਟ ਜਾਂਦੇ ਹੈ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਚਾਰ ਨੂੰ ਸਰਵਣ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ। ਸੋਰਠ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਜੋ ਸਾਹਿਬਜ਼ਾਦੇ ਦਾ ਤਾਪ ਸੀ ਉਹ ਗਵਾਇਆ ਗੁਰ ਪੂਰੇ। ਪੂਰਨ ਗੁਰਾਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜਿਹੜਾ ਤਾਪ ਸੀ ਸਤਿਗੁਰੂ ਜੀ ਕਹਿੰਦੇ ਗਵਾ ਦਿੱਤਾ, ਨਾਸ ਕਰ ਦਿੱਤਾ। ਵਾਜੇ ਅਨਹਦ ਤੂਰੇ। ਅਨਾਹਦ ਜਿਹੜੇ ਤੂਰੇ ਤੋਂ ਭਾਵ ਹੁੰਦਾ ਵਾਜੇ ਤੂਰੀਆਂ। ਜਿਹੜੇ ਸ਼ਬਦ ਦੇ ਜਸ ਦੇ ਵਾਜੇ ਸਨ ਅਨਾਹਦ ਹੱਦ ਤੋਂ ਰਹਿ ਤੋਂ ਵੱਜਣ ਲੱਗ ਪਏ। ਇਸੇ ਪ੍ਰਕਾਰ ਹੀ ਅਧਿਆਤਮਕ ਪੱਖ ਤੋਂ ਇਹਨਾਂ ਪੰਕਤੀਆਂ ਦਾ ਅਰਥ ਹੈ ਕਿ ਤਾਪ ਗਵਾਇਆ ਗੁਰ ਪੂਰੇ। ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ 3 ਤਾਪਾਂ ਦਾ ਜ਼ਿਕਰ ਆਉਂਦਾ ਹੈ। ਜਦੋਂ ਆਪਾਂ ਬਚਨ ਪੜ੍ਹਦੇ ਹਾਂ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾ ਕੋ ਵਿਘਨ ਨ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਸਤਿਗੁਰੂ ਜੀ ਕਹਿੰਦੇ ਜਿਹੜਾ ਪ੍ਰਭੂ ਪਰਮੇਸ਼ਰ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਉਹਦੇ ਤਿੰਨੇ ਤਾਪ ਨਾਸ਼ ਹੋ ਜਾਂਦੇ। 3 ਤਾਪ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਅਤੇ ਧਾਰਮਿਕ ਗ੍ਰੰਥਾਂ ਦੇ ਅੰਦਰ ਮੰਨੇ ਹਨ, ਜਿਨ੍ਹਾਂ ਦੇ ਨਾਮ ਹਨ ਆਦਿ, ਵਿਆਧੀ ਤੇ ਉਪਾਧੀ। ਇੱਕ ਆਦਿ ਤਾਪ ਹਨ ਜਿਹੜੇ ਸਾਡੇ ਸਰੀਰ ਨੂੰ ਲੱਗਦੇ। ਸਾਡੇ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਣੀ, ਕੋਈ ਰੋਗ ਲੱਗ ਜਾਣਾ, ਕੋਈ ਕਸ਼ਟ ਆ ਜਾਣਾ, ਇਹ ਆਦਿ ਰੋਗ ਮੰਨੇ ਹਨ ਜਿਨ੍ਹਾਂ ਦਾ ਸੰਬੰਧ ਸਾਡੇ ਸਰੀਰ ਦੇ ਨਾਲ ਹੈ, ਸਾਡੇ ਹੱਡ ਚੰਮ ਲਹੂ ਦੇ ਨਾਲ ਹੈ, ਉਹਨਾਂ ਨੂੰ ਆਦਿ ਤਾਪ ਮੰਨਿਆ ਹੈ। ਇਸੇ ਪ੍ਰਕਾਰ ਹੀ ਦੂਸਰੇ ਨੰਬਰ 'ਤੇ ਵਿਆਧੀ ਤਾਪ ਹਨ ਜਿਨ੍ਹਾਂ ਦਾ ਸੰਬੰਧ ਸਾਡੇ ਮਨ ਦੇ ਨਾਲ ਹੈ ਕਿ ਸਾਡੇ ਮਨ ਦੇ ਅੰਦਰ ਕੋਈ ਚਿੰਤਾ, ਮਨ ਕਰਕੇ ਦੁਖੀ, ਉਦਾਸੀ, ਗਮੀ, ਇਹ ਜਿਹੜੇ ਰੋਗ ਹਨ, ਤ੍ਰਿਸ਼ਨਾ, ਹੰਕਾਰ, ਇਹ ਸਾਰੇ ਰੋਗ ਸਾਡੇ ਮਨ ਨਾਲ ਜੁੜੇ ਹੋਏ। ਅਤੇ ਇਹਨਾਂ ਦੇ ਜਿਹੜੇ ਲੱਛਣ ਹਨ, ਜਦੋਂ ਮਨ ਦੁਖੀ ਹੁੰਦਾ ਹੈ, ਮਨ ਉਦਾਸ ਹੁੰਦਾ ਹੈ ਅਤੇ ਉਹਦੇ ਨਾਲ ਤਨ 'ਤੇ ਪ੍ਰਭਾਵ ਜਿਹੜਾ ਉਹ ਆਪੇ ਪੈ ਜਾਂਦਾ। ਜਦੋਂ ਕੋਈ ਮਨ ਕਰਕੇ ਦੁਖੀ ਹੈ, ਉਦਾਸ ਹੈ, ਉਹਦੀ ਉਦਾਸੀ ਚਿਹਰੇ ਤੋਂ ਪ੍ਰਗਟ ਹੋ ਜਾਂਦੀ ਹੈ। ਜਦੋਂ ਕਿ ਮਨ ਕਰਕੇ ਖੁਸ਼ ਹੈ, ਉਹਦੀ ਖੁਸ਼ੀ ਚਿਹਰੇ ਤੋਂ ਪ੍ਰਗਟ ਹੋ ਜਾਂਦੀ ਹੈ। ਇਸ ਕਰਕੇ ਦੂਸਰੇ ਨੰਬਰ 'ਤੇ ਵਿਆਧੀ ਤਾਪ ਹਨ ਜਿਹੜੇ ਸਾਡੇ ਮਨ ਨੂੰ ਲੱਗਦੇ ਹੈ, ਮਨ ਕਰਕੇ ਅਸੀਂ ਦੁਖੀ ਹੋ ਜਾਂਦੇ ਹਾਂ। ਇਸੇ ਪ੍ਰਕਾਰ ਫਿਰ ਤੀਸਰੇ ਨੰਬਰ 'ਤੇ ਉਪਾਧੀ ਹਨ ਜਿਹੜੇ ਕੋਈ ਉੱਪਰੋਂ ਅਚਨਚੇਤ ਕੋਈ ਦੁੱਖ ਆ ਕੇ ਪੈ ਜਾਣਾ, ਜਿਹਦਾ ਕੋਈ ਚਿੱਤ ਚੇਤਾ ਨਹੀਂ, ਉਹ ਘਟਨਾ ਘਟ ਜਾਣੀ, ਉਹ ਉਪਾਧੀ ਮੰਨੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਤਾਪ ਗਵਾਇਆ ਗੁਰ ਪੂਰੇ। ਜਿਹੜੇ ਸਿੱਖ ਸੇਵਕਾਂ ਦੇ ਜੀਵਾਂ ਦੇ ਇਹ 3 ਤਰ੍ਹਾਂ ਦੇ ਤਾਪ ਹਨ, ਇਹ ਵੀ ਪੂਰਨ ਗੁਰੂ ਹੀ ਦੂਰ ਕਰਦਾ ਹੈ। ਜਦੋਂ ਪੂਰੇ ਗੁਰੂ ਦੇ ਲੜ ਆਪਾਂ ਲੱਗ ਜਾਂਦੇ ਹਾਂ, ਅਨਕ ਵਿਘਨ ਤੇ ਸਾਧੂ ਰੱਖ ਹੈ। ਸਾਧੂ ਦਾ ਅਰਥ ਗੁਰੂ ਵੀ ਹੁੰਦਾ।
ਕਿ ਅਨੇਕਾਂ ਜਿਹੜੇ ਵਿਘਨ ਹਨ, ਰੁਕਾਵਟਾਂ ਹਨ, ਉਹਨਾਂ ਤੋਂ ਗੁਰੂ ਰੱਖਿਆ ਕਰ ਦਿੰਦਾ। ਜਿਵੇਂ ਸੂਲੀ ਤੋਂ ਸੂਲ ਬਣਾ ਦਿੰਦਾ, ਵੱਡੇ ਦੁੱਖ ਨੂੰ ਛੋਟਾ ਕਰਕੇ ਭੁਗਤਾ ਦਿੰਦਾ। ਇਸ ਪ੍ਰਕਾਰ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਜਿੰਨੇ ਤਾਪ ਹਨ ਉਹ ਪੂਰਨ ਗੁਰੂ ਦੇ ਜਦੋਂ ਆਪਾਂ ਲੜ ਲੱਗਦੇ ਹਾਂ ਉਹ ਦੂਰ ਹੋ ਜਾਂਦੇ। ਵਾਜੇ ਅਨਹਦ ਤੂਰੇ, ਜਿਹੜੇ ਅਨਾਹਦ ਹੱਦ ਤੋਂ ਰਹਿਤ ਜਿਹੜੇ ਵਾਜੇ ਹਨ ਸ਼ਬਦ ਦੇ, ਨਾਮ ਦੇ, ਉਹ ਸਾਡੇ ਮਨ ਦੇ ਅੰਦਰ ਰਸਨਾ ਦੁਆਰਾ ਵੱਜਣ ਲੱਗ ਜਾਂਦੇ ਹਨ। ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ। ਸਤਿਗੁਰੂ ਜੀ ਕਹਿੰਦੇ ਸਰਬ ਤਰ੍ਹਾਂ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਨੇ, ਕਲਿਆਣ ਦਾ ਅਰਥ ਹੁੰਦਾ ਮੁਕਤੀ, ਕਿ ਇਹ ਸੰਸਾਰ ਦੇ ਅੰਦਰ ਆਪਾਂ ਜੰਮਣ ਤੇ ਮਰਨ ਦੇ ਬੰਧਨ ਦੇ ਵਿੱਚ ਪਏ ਹੋਏ ਹਾਂ, ਜਿਹਦੇ ਕਰਕੇ ਸਾਨੂੰ ਇਹ ਸਰੀਰ ਮਿਲਦਾ। ਇਸ ਸਰੀਰ ਦੇ ਨਾਲ ਜਦੋਂ ਅਸੀਂ ਭਗਤੀ ਕਰਦੇ ਹਾਂ, ਪਰਮੇਸ਼ਰ ਦੀ ਅਰਾਧਨਾ ਕਰਦੇ ਹਾਂ, ਤੇ ਫਿਰ ਕਲਿਆਣ ਮੁਕਤੀ ਹੋ ਜਾਂਦੀ ਹੈ। ਕਰ ਕਿਰਪਾ ਆਪ ਦੀਨੇ, ਉਹ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕਰਕੇ ਆਪ ਜਦੋਂ ਨਾਮ ਦੀ ਦਾਤ ਸਾਡੇ ਹਿਰਦੇ ਅੰਦਰ ਵਸਾ ਦਿੱਤੀ, ਜਿਸ ਦਾ ਸਦਕਾ ਅਸੀਂ ਲੋਕ ਤੇ ਪਰਲੋਕ ਦੇ ਅੰਦਰ ਮੁਕਤ ਤੇ ਇਹ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ। ਬੇਦਨ ਸਤਿਗੁਰ ਆਪ ਗਵਾਈ। ਬੇਦਨ ਤੋਂ ਭਾਵ ਹੁੰਦਾ ਪੀੜਾ, ਵੇਦਨਾ, ਦੁੱਖ। ਜਿਹੜੀ ਪੀੜਾ ਸੀ, ਜਿਹੜਾ ਦੁੱਖ ਸੀ, ਉਹ ਸਤਿਗੁਰੂ ਨੇ ਆਪ ਹੀ ਗਵਾਈ, ਕਹੀਏ ਨਾਸ ਕਰ ਦਿੱਤਾ। ਕਿਉਂਕਿ ਜਦੋਂ ਸਾਹਿਬਜ਼ਾਦੇ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਤਾਪ ਸੀ ਤਾਂ ਮਾਤਾ ਜੀ ਉਸ ਸਮੇਂ ਬੜੀ ਚਿੰਤਾ ਕਰਦੇ ਸਨ। ਹੋਰ ਸਿੱਖ ਸੇਵਕ ਜਿਹੜੇ ਸਨ ਉਹ ਬੜੀ ਚਿੰਤਾ ਕਰਦੇ ਸਨ। ਉਹ ਜਿੰਨੀ ਚਿੰਤਾ ਸੀ, ਜਿੰਨਾ ਫਿਕਰ ਸੀ, ਵੇਦਨਾ ਸੀ, ਉਹ ਸਾਰੀ ਹੀ ਸਤਿਗੁਰੂ ਜੀ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕਰਕੇ ਆਪ ਹੀ ਗਵਾ ਦਿੱਤੀ, ਨਾਸ ਕਰ ਦਿੱਤੀ ਹੈ। ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਹਨ, ਜਿੰਨੇ ਸਿੱਖ ਸਨ, ਜਿੰਨੇ ਸੰਤ ਸ਼ਾਂਤ ਚਿੱਤ ਮਹਾਤਮਾ ਸਾਧੂ ਜਨ ਸਨ, ਸਭ ਸਰਸੇ ਹੋਏ। ਸਰਸੇ ਤੋਂ ਭਾਵ ਸਹਿਤ ਰਸ ਦੇ ਹੋ ਗਏ। ਉਹਨਾਂ ਦੇ ਜੀਵਨ ਦੇ ਅੰਦਰ ਸਹਿਤ ਰਸ, ਸਹਿਤ ਜਿਹੜਾ ਨਾਮ ਦਾ ਰਸ ਹੈ, ਉਹਦੀ ਪ੍ਰਾਪਤੀ ਹੋ ਗਈ। ਸਰਸੇ ਦਾ ਭਾਵ ਹੈ ਸਹਿਤ ਰਸ ਦੇ ਹੋਣਾ। ਨਾਮ ਦੇ ਰਸ ਦੇ ਅੰਦਰ ਮਨ ਤੇ ਤਨ ਭਿੱਜ ਜਾਣਾ, ਉਹਦਾ ਮਤਲਬ ਹੁੰਦਾ ਸਰਸੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿੰਨੇ ਸਿੱਖ ਸੇਵਕ ਸਨ, ਜਿੰਨੇ ਸੰਤ ਮਹਾਤਮਾ ਸਨ, ਸਭ ਦੇ ਮਨ ਜਿਹੜੇ ਸਨ ਉਹ ਨਾਮ ਦੇ ਰਸ ਦੇ ਸਹਿਤ ਹੋ ਗਏ। ਹਰ ਹਰ ਨਾਮ ਧਿਆਈ। ਫਿਰ ਉਹਨਾਂ ਨੇ ਹਰੀ ਪਰਮੇਸ਼ਰ, ਜੋ ਸਭ ਦੇ ਪਾਪਾਂ ਨੂੰ, ਦੁੱਖਾਂ ਨੂੰ ਹਰਨ ਵਾਲਾ, ਜਿੱਥੇ ਪਰਮਾਤਮਾ ਦੇ ਬੇਅੰਤ ਨਾਮ ਹਨ, ਉੱਥੇ ਪਰਮੇਸ਼ਰ ਦਾ ਨਾਮ ਹਰ ਹੈ। ਹਰ ਦਾ ਅਰਥ ਹੁੰਦਾ ਜਿਹੜਾ ਹਰੇ ਭਰੇ ਕਰਨ ਵਾਲਾ। ਹਰ ਦਾ ਅਰਥ ਹੈ ਜਿਹੜਾ ਪਾਪਾਂ ਨੂੰ ਹਰ ਦੇਣ ਵਾਲਾ, ਨਾਸ ਕਰ ਦੇਣ ਵਾਲਾ। ਧਾਰਮਿਕ ਵਿਦਵਾਨਾਂ ਨੇ ਹਰ ਦਾ ਲੱਛਣ ਕੀਤਾ ਹੈ ਤੇ ਉਹਨਾਂ ਨੇ ਬਚਨ ਲਿਖੇ ਹਨ ਕਿ ਹਰ ਹਰੰਤੀ ਪਾਪਾਨੀ ਦੁਸ਼ਟ ਚਿੱਤ ਬ੍ਰਿਤੀ ਸਿਮਰੰਤਾ। ਕਿ ਉਹ ਪਰਮੇਸ਼ਰ ਨੂੰ ਹਰ ਕਿਉਂ ਆਖਿਆ ਜਾਂਦਾ? ਉਹਨੂੰ ਹਰ ਇਸ ਕਰਕੇ ਆਖਿਆ ਜਾਂਦਾ ਕਿ ਜੇ ਕੋਈ ਦੁਸ਼ਟ ਬੰਦਾ, ਜੇ ਕੋਈ ਪਾਪੀ ਜੀਵ ਵੀ, ਉਹ ਵੀ ਪਰਮੇਸ਼ਰ ਦੇ ਨਾਮ ਨੂੰ ਜਪੇ ਤੇ ਉਹ ਉਹਦੇ ਵੀ ਪਾਪਾਂ ਨੂੰ ਤੇ ਕਸ਼ਟਾਂ ਨੂੰ ਨਾਸ ਕਰ ਦਿੰਦਾ। ਇਸ ਕਰਕੇ ਉਸ ਨੂੰ ਹਰ ਆਖਿਆ ਜਾਂਦਾ। ਕੋਈ ਚੰਗਾ, ਕੋਈ ਧਾਰਮਿਕ ਬੰਦਾ ਉਹ ਤੇ ਨਾਮ ਜਪਦਾ ਹੈ, ਪਰ ਜੇ ਕੋਈ ਉਹ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਨ ਵਾਲਾ, ਚਾਹੇ ਉਹ ਕਿੱਡੇ ਮਾੜੇ ਤੋਂ ਮਾੜੇ ਕਰਮ ਉਸਨੇ ਕੀਤੇ ਹੈ, ਪਰ ਜਦੋਂ ਨਾਮ ਜਪਣ ਲੱਗ ਜਾਏ, ਜਦੋਂ ਬੰਦਗੀ ਕਰਨ ਲੱਗ ਜਾਏ, ਜਦੋਂ ਗੁਰੂ ਕੀ ਬਾਣੀ ਦੇ ਲੜ ਲੱਗ ਜਾਏ, ਫਿਰ ਸਤਿਗੁਰੂ ਜੀ ਕਹਿੰਦੇ ਉਹਦੇ 'ਤੇ ਵੀ ਉਹ ਕਿਰਪਾ ਕੋ ਨਹੀਂ ਕਰਦਾ। ਉਹਦੇ ਵੀ ਜਿੰਨੇ ਦੁੱਖ ਕਲੇਸ਼ ਪਾਪ ਹਨ ਉਹ ਸਾਰੇ ਮੇਟ ਦਿੰਦਾ। ਇਸ ਕਰਕੇ ਉਸ ਨੂੰ ਹਰ ਆਖਿਆ ਜਾਂਦਾ। ਤਾਂ ਸਤਿਗੁਰੂ ਜੀ ਕਹਿੰਦੇ ਹਰ ਹਰ ਨਾਮ ਧਿਆਈ, ਜਿਹੜਾ ਸਭ ਦੇ ਪਾਪਾਂ ਨੂੰ, ਦੁੱਖਾਂ ਕਲੇਸ਼ਾਂ ਨੂੰ ਹਰ ਕੇ ਨਾਸ ਕਰਕੇ ਸੁੱਕੇ ਮਨਾਂ ਦੇ ਅੰਦਰ ਹਰਿਆਲੀ ਪੈਦਾ ਕਰਨ ਵਾਲਾ, ਐਸੇ ਨਾਮ ਨੂੰ ਜਿਨ੍ਹਾਂ ਨੇ ਧਿਆਇਆ ਹੈ। ਰਹਾਉ ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ। ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਹਨ
ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਜੋ ਮੰਗ ਹੈ ਉਹ ਜੋ ਵੀ ਵਸਤੂ ਮੰਗਦੇ ਆ ਸੋ ਲੇਵ ਹੈ, ਉਹ ਵੀ ਪ੍ਰਾਪਤ ਕਰ ਲੈਂਦੇ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਜਿਵੇਂ ਇੱਕ ਲਾਇਕ ਸੁਪੁੱਤਰ ਹੁੰਦਾ, ਕੋਈ ਚੰਗੀ ਲਾਇਕ ਸੰਤਾਨ ਹੁੰਦੀ ਹੈ, ਅਤੇ ਜਦੋਂ ਉਹ ਕੋਈ ਚੀਜ਼ ਦੀ ਇੱਛਾ ਕਰਦੀ ਹੈ ਅਤੇ ਮਾਤਾ ਪਿਤਾ ਝੱਟ ਪੂਰੀ ਕਰਦੇ ਵੀ ਇਹ ਬੜਾ ਯੋਗ ਪੁੱਤਰ ਹੈ ਸਾਡਾ, ਇਹ ਬੜਾ ਲਾਇਕ ਸੰਤਾਨ ਹੈ ਸਾਡੀ, ਉਹਦਾ ਉਹ ਖਾਸ ਧਿਆਨ ਰੱਖਦੇ। ਇਸੇ ਪ੍ਰਕਾਰ ਹੀ ਉਹ ਪਰਮੇਸ਼ਰ ਵਾਹਿਗੁਰੂ ਦਾ ਜਦੋਂ ਆਪਾਂ ਨਾਮ ਜਪਦੇ ਹਾਂ, ਉਹ ਸਾਡੇ ਮਾਤਾ ਪਿਤਾ ਹਨ, ਅਤੇ ਜੋ ਵੀ ਸਾਡੇ ਚਿੱਤ ਦੇ ਅੰਦਰ ਚਿਤਵਨੀ ਹੁੰਦੀ ਹੈ ਉਹ ਪਰਮੇਸ਼ਰ ਵਾਹਿਗੁਰੂ ਆਪੇ ਹੀ ਪੂਰੀਆਂ ਕਰਦਾ ਹੈ, ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਆਪ ਸਾਡਾ ਮਾਤਾ ਪਿਤਾ, ਸਾਰੇ ਜਗਤ ਦਾ ਉਹ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ। ਉਹ ਆਪਣੇ ਸੰਤਾਂ, ਉਹਦਿਆਂ ਭਗਤਾਂ ਨੂੰ, ਸੇਵਕਾਂ ਨੂੰ ਉਹ ਪਰਮੇਸ਼ਰ ਵਾਹਿਗੁਰੂ ਜੋ ਵੀ ਚੀਜ਼ਾਂ ਚਿਤਵਦੇ ਹੈ, ਉਹੀ ਉਹਨਾਂ ਦੀਆਂ ਕਾਮਨਾਵਾਂ ਇੱਛਾਵਾਂ ਜਿਹੜੀਆਂ ਉਹ ਪੂਰੀਆਂ ਕਰਦਾ ਹੈ। ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ। ਹਰਗੋਬਿੰਦ ਇੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਨਾਮ ਹੈ ਕਿ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਉਹ ਪਰਮੇਸ਼ਰ ਵਾਹਿਗੁਰੂ ਨੇ ਆਪ ਕੀਤੀ ਹੈ। ਹਰਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਭਾਖਿਆ ਕਹੀਏ, ਉਚਾਰਨ ਕੀਤਾ ਹੈ, ਸਹਿਤ ਭਾਵਨਾ ਦੇ, ਸਹਿਤ ਪ੍ਰੇਮ ਦੇ, ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ, ਉਚਾਰਨ ਕੀਤਾ ਹੈ, ਉਹਨਾਂ ਦੀ ਰੱਖਿਆ ਉਹ ਪਰਮੇਸ਼ਰ ਵਾਹਿਗੁਰੂ ਨੇ ਕੀਤੀ ਹੈ। ਸੋਰਠ ਮਹੱਲਾ ਪੰਜਵਾ। ਸੋਈ ਕਰਾਏ ਜੋ ਤੁਧ ਭਾਵੈ, ਮੋਹਿ ਸਿਆਣਪ ਕਛੂ ਨ ਆਵੈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਅਗਲੇ ਸ਼ਬਦ ਦੇ ਅੰਦਰ ਉਚਾਰਨ ਕਰਦੇ ਹਨ, ਸਿੱਖਿਆ ਬਖਸ਼ਿਸ਼ ਕਰਦੇ ਹਨ ਕਿ ਜਦੋਂ ਕੋਈ ਪਰਮੇਸ਼ਰ ਦੇ ਨਾਮ ਨੂੰ ਜਪਣ ਲੱਗ ਜਾਂਦਾ, ਕਮਾਈ ਅਤੇ ਬੰਦਗੀ ਇੰਨੀ ਕਰ ਲੈਂਦਾ, ਚੰਗੇ ਸਾਧਨ ਉਹ ਕਰ ਲੈਂਦਾ, ਤਾਂ ਸਤਿਗੁਰੂ ਜੀ ਉਹਨੂੰ ਵੀ ਉਪਦੇਸ਼ ਬਖਸ਼ਿਸ਼ ਕਰਦੇ ਹੈ ਕਿ ਉੱਥੇ ਵੀ ਐਸੀ ਅਵਸਥਾ ਹੁੰਦੀ ਹੈ ਗੁਰਮੁਖਾਂ ਦੀ, ਸਭ ਕੁਝ ਕਰ ਕਰਾ ਕੇ ਵੀ ਉਹ ਪਰਮੇਸ਼ਰ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਕਿ ਅਸੀਂ ਕੁਝ ਨਹੀਂ। ਇੰਨਾ ਕੁਝ ਨਾਮ ਅਤੇ ਸਿਮਰਨ ਦੀ ਕਮਾਈ ਕਰਕੇ, ਬੰਦਗੀ ਕਰਕੇ ਆਪਣੇ ਆਪ ਨੂੰ ਨੀਵਾਂ ਰੱਖਣਾ, ਆਪਣੇ ਆਪ ਨੂੰ ਨਿਮਰਤਾ 'ਚ ਰੱਖਣਾ, ਉਹਦਾ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਤਾਂ ਸਤਿਗੁਰੂ ਜੀ ਉਚਾਰਨ ਕਰਦੇ ਹਨ, ਸੋਈ ਕਰਾਏ ਜੋ ਤੁਧ ਭਾਵੈ। ਹੇ ਪਰਮੇਸ਼ਰ ਵਾਹਿਗੁਰੂ, ਜੋ ਤੈਨੂੰ ਭਾਉਂਦਾ ਹੈ ਉਹੀ ਜਿਹੜੀ ਭਗਤੀ ਦੀ ਕਾਰ ਹੈ ਉਹਨੂੰ ਤੂੰ ਕਰਾਉਣਾ ਹੈ। ਮੋਹੇ ਸਿਆਣਪ ਕਛੂ ਨਾ ਆਵੈ। ਸਾਡੀਆਂ ਜਿਹੜੀਆਂ ਸਿਆਣਪਾਂ ਹਨ ਉਹ ਪਰਮੇਸ਼ਰ ਵਾਹਿਗੁਰੂ ਕਛੂ ਨਾ ਆਵੈ, ਕਿਸੇ ਕੰਮ ਨਹੀਂ ਆਉਣ ਵਾਲੀਆਂ। ਮਨੁੱਖ ਦੀਆਂ ਸਿਆਣਪਾਂ, ਚਤੁਰਾਈਆਂ, ਅਕਲਾਂ ਜਿਹੜੀਆਂ ਹਨ ਉਹਨਾਂ ਦੇ ਨਾਲ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਚਤੁਰਾਈ ਨਾ ਚਤੁਰਭੁਜ ਪਾਈਐ। ਚਤੁਰਾਈਆਂ ਦੇ ਨਾਲ, ਆਪਣੀਆਂ ਸਿਆਣਪਾਂ ਦੇ ਨਾਲ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਉਹ ਪ੍ਰਸੰਨ ਨਹੀਂ ਹੁੰਦਾ। ਉਹ ਤਾਂ ਪ੍ਰਸੰਨ ਹੁੰਦਾ ਜੋ ਉਹਦਾ ਉਪਦੇਸ਼ ਹੈ, ਜਦੋਂ ਉਹਨੂੰ ਆਪਾਂ ਕਮਾਉਂਦੇ ਹਾਂ। ਸਤਿਗੁਰੂ ਜੀ ਬਚਨ ਕਰਦੇ ਹਨ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕਿ ਲੱਖਾਂ ਸਿਆਣਪਾਂ ਆਪਾਂ ਆਪਣੇ ਜੀਵਨ ਦੇ ਅੰਦਰ ਸਿੱਖ ਲਈਏ, ਉਹਨਾਂ ਨੂੰ ਧਾਰਨ ਕਰ ਲਈਏ, ਪਰ ਪ੍ਰਲੋਕ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੇ ਸਹਾਈ ਹੋਣਾ। ਸਭ ਤੋਂ ਵੱਡੀ ਸਿਆਣਪ ਨਾਮ ਦੀ ਹੈ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਵਸ ਗਿਆ, ਉਹ ਫਿਰ ਇੱਦਾਂ ਬੇਨਤੀਆਂ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ, ਜੋ ਤੈਨੂੰ ਭਾਉਂਦਾ ਹੈ, ਜੋ ਤੇਰਾ ਭਾਣਾ ਹੈ, ਜੋ ਤੇਰੀ ਰਜਾ ਹੈ, ਉਹਦੇ ਅਨੁਸਾਰ ਹੀ ਪਰਮੇਸ਼ਰ ਵਾਹਿਗੁਰੂ ਅਸੀਂ ਚੱਲਦੇ ਹਾਂ। ਮੋਹੇ ਸਿਆਣਪ ਕਛੂ ਨਾ ਆਵੈ। ਸਾਨੂੰ ਆਪਣੀ ਜਿਹੜੀ ਸਿਆਣਪ ਹੈ ਉਹ ਕਿਸੇ ਕੰਮ ਵੀ ਨਹੀਂ ਆਉਂਦੀ। ਜਿਵੇਂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਅੰਦਰ ਇੱਕ ਘਟਨਾ ਆਉਂਦੀ ਹੈ। ਜਿਹੜਾ ਸਤਿਗੁਰਾਂ ਦਾ ਲਾਂਗਰੀ ਸਿੱਖ ਸੀ, ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪ੍ਰਸ਼ਾਦੇ ਪਾਣੀ ਦੀ ਛਕਾਉਂਦਾ ਸੀ ਸਵੇਰੇ ਅਤੇ ਸ਼ਾਮ ਨੂੰ।
ਇੱਕ ਦਿਨ ਕੀ ਹੋਇਆ ਵੀ ਸ਼ਾਮਾਂ ਦੇ ਸਮੇਂ ਹਨੇਰੀ ਬਹੁਤ ਚੱਲਣ ਲੱਗ ਪਈ, ਬੜੀ ਹਨੇਰੀ ਚੱਲੀ ਅਤੇ ਉਹ ਸਿੱਖ ਨੇ ਅਰਦਾਸ ਕਰ ਦਿੱਤੀ। ਕਹਿਣ ਲੱਗਿਆ ਕਿ ਜੇ ਇਹ ਹਨੇਰੀ ਰੁਕ ਜਾਏ ਅਤੇ ਪਰਮੇਸ਼ਰ ਵਾਹਿਗੁਰੂ ਕਿਰਪਾ ਕਰ ਦੇਣ ਅਤੇ ਅਸੀਂ ਪ੍ਰਸ਼ਾਦਾ ਪਾਣੀ ਸੌਖਾ ਤਿਆਰ ਕਰ ਲਈਏ ਸਤਿਗੁਰਾਂ ਨੂੰ ਛਕਾਉਣ ਵਾਸਤੇ। ਜਦੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਸ ਪਹੁੰਚਿਆ ਅਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਸਿੱਖਾ ਤੂੰ ਭਾਣੇ 'ਚ ਨਹੀਂ ਚੱਲਦਾ, ਰਜਾ 'ਚ ਨਹੀਂ ਚੱਲਦਾ, ਹੁਕਮ 'ਚ ਨਹੀਂ ਚੱਲਦਾ। ਕਹਿਣ ਲੱਗਿਆ ਮਹਾਰਾਜ ਇਹ ਹਨੇਰੀ ਜਿਹੜੀ ਸੀ ਇਹਦੇ ਕਰਕੇ ਲੰਗਰ ਨਹੀਂ ਸੀ ਤਿਆਰ ਹੋ ਸਕਦਾ। ਤਾਂ ਸਤਿਗੁਰਾਂ ਨੇ ਕਿਹਾ ਕਿ ਉਹ ਪਰਮੇਸ਼ਰ ਦਾ ਹੁਕਮ ਕੈਸਾ ਸੀ। ਉਹ ਪਰਮੇਸ਼ਰ ਨੇ ਇਸ ਹਨੇਰੀ ਦੇ ਰਾਹੀਂ ਕਈਆਂ ਜੀਆਂ ਨੂੰ ਰਿਜ਼ਕ ਦੇਣਾ ਸੀ। ਕਹਿਣ ਲੱਗਿਆ ਮਹਾਰਾਜ ਉਹ ਕਿਵੇਂ। ਤਾਂ ਸਤਿਗੁਰਾਂ ਨੇ ਉਸ ਸਮੇਂ ਫਿਰ ਸਿੱਖਿਆ ਬਖਸ਼ਿਸ਼ ਕੀਤੀ ਕਿ ਇਹਨਾਂ ਹਨੇਰੀ ਦੇ ਨਾਲ ਮਿੱਟੀ ਘੱਟਾ ਜਿਹੜਾ ਉੱਡ ਕੇ ਜਾਂਦਾ ਅਤੇ ਇੱਕ ਐਸੀ ਵੀ ਧਰਤੀ ਮੰਨੀ ਹੈ ਕਿ ਜਿਹੜੀ ਤਾਂਬੇ ਦੀ ਧਰਤੀ ਹੈ ਅਤੇ ਉੱਥੇ ਸੱਪ ਹੀ ਰਹਿੰਦੇ ਹੈ। ਅਤੇ ਉਹ ਜਿਹੜੇ ਸੱਪ ਹਨ ਇਹ ਜਦੋਂ ਹਨੇਰੀਆਂ ਚੱਲਦੀਆਂ ਮਿੱਟੀ ਉੱਡ ਉੱਡ ਕੇ ਜਾਂਦੀ ਉਸ ਧਰਤੀ 'ਤੇ ਜਾਂਦੀ ਹੈ ਅਤੇ ਸੱਪ ਦੀ ਖੁਰਾਕ ਮਿੱਟੀ ਹੈ। ਉਹ ਉੱਡੀ ਹੋਈ ਰੇਤ, ਉੱਡੀ ਹੋਈ ਮਿੱਟੀ ਜਿਹੜੀ ਹੈ ਉਹ ਫਿਰ ਆਪਣੇ ਕੁੰਡਲਾਂ ਦੇ ਅੰਦਰ ਇਕੱਠੀ ਕਰਦੇ ਆ, ਉਹਦੇ ਨਾਲ ਉਹ ਆਪਣਾ ਗੁਜ਼ਾਰਾ ਕਰਦੇ। ਇਹ ਉਹਨਾਂ ਦਾ ਆਹਾਰ ਹੈ। ਇੱਕ ਮਿੱਟੀਆ ਮਹਿ ਮਿੱਟੀ ਖਾਹੇ। ਇਹ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਦੀ ਖੁਰਾਕ ਭੇਜੀ ਉਹਨਾਂ ਦੇ ਪਾਸ। ਇਸ ਪ੍ਰਕਾਰ ਉਹਦੇ ਹੁਕਮ ਦੇ ਵਿੱਚ ਚੱਲਣਾ, ਉਹਦੇ ਭਾਣੇ ਦੇ ਵਿੱਚ ਚੱਲਣਾ, ਉਹਦੀ ਰਜਾ 'ਚ ਚੱਲਣਾ, ਇਹੀ ਸਿੱਖ ਦਾ ਜੀਵਨ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੋਹੇ ਸਿਆਣਪ ਕਛੂ ਨਾ ਆਵੇ। ਸਿੱਖਾ ਗੁਰੂ ਦੇ ਅੱਗੇ ਅਰਦਾਸਾਂ ਇਹ ਕਰ, ਪਰਮੇਸ਼ਰ ਦੇ ਅੱਗੇ ਬੇਨਤੀਆਂ ਇਹ ਕਰਕੇ ਪਰਮੇਸ਼ਰ ਵਾਹਿਗੁਰੂ ਸਾਡੀਆਂ ਜਿਹੜੀਆਂ ਸਿਆਣਪਾਂ ਹਨ ਉਹ ਤਾਂ ਬੜੀਆਂ ਤੁੱਛ ਹਨ, ਕਿਸੇ ਵੀ ਕੰਮ ਆਉਣ ਵਾਲੀਆਂ ਨਹੀਂ ਹਨ। ਹਮ ਬਾਰਕ ਤਉ ਸਰਣਾਈ, ਪ੍ਰਭ ਆਪੇ ਪੈਜ ਰਖਾਈ। ਸਤਿਗੁਰੂ ਜੀ ਕਹਿੰਦੇ ਹੈ ਪਰਮੇਸ਼ਰ ਵਾਹਿਗੁਰੂ ਅਸੀਂ ਆਪ ਜੀ ਦੇ ਬਾਰਕ ਕਹੀਏ ਬੱਚੇ ਹਾਂ ਅਤੇ ਆਪ ਜੀ ਦੀ ਸ਼ਰਨ ਦੇ ਵਿੱਚ ਹਾਂ। ਪ੍ਰਭ ਆਪੇ ਪੈਜ ਰਖਾਈ, ਅਤੇ ਤੁਸੀਂ ਆਪ ਹੀ ਪਰਮੇਸ਼ਰ ਵਾਹਿਗੁਰੂ ਸਾਡੇ ਮਾਤਾ ਪਿਤਾ ਦੀ ਨਿਆਈ ਸਾਡੀ ਰੱਖਿਆ ਕੀਤੀ ਹੈ। ਜਿਵੇਂ ਬੱਚਾ ਜਿਹੜਾ ਹੈ ਉਹਨੂੰ ਕਿਸੇ ਚੀਜ਼ ਦੀ ਸਮਝ ਨਹੀਂ ਹੁੰਦੀ, ਕਿਸੇ ਚੀਜ਼ ਦਾ ਗਿਆਨ ਨਹੀਂ ਹੁੰਦਾ, ਉਹਦੀ ਪਾਲਣਾ ਉਹਦੀ ਰੱਖਿਆ ਮਾਤਾ ਅਤੇ ਪਿਤਾ ਦੁਆਰਾ ਹੁੰਦੀ ਹੈ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰੱਖ ਤੇਤੇ। ਰਾਹ ਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਕਿਉਂਕਿ ਪਰਮੇਸ਼ਰ ਵਾਹਿਗੁਰੂ ਦੀ ਜਦੋਂ ਆਪਾਂ ਭਗਤੀ ਕਰਨੀ ਹੈ ਅਤੇ ਉਹਦੇ ਵਾਸਤੇ ਸਤਿਗੁਰਾਂ ਨੇ ਸਾਧਨ ਆਪਣੀ ਪਾਵਨ ਬਾਣੀ ਅੰਦਰ ਦੱਸੇ ਹੈ ਕਿ ਉਹ ਪਰਮੇਸ਼ਰ ਦੇ ਨਾਲ ਸੰਬੰਧ ਜੋੜਨ ਵਾਸਤੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਤੇ ਆਪਾਂ ਨੂੰ ਉਹਦੀ ਅਰਾਧਨਾ ਕਰਨੀ ਪੈਂਦੀ ਹੈ। ਭਗਤਾਂ ਨੇ ਆਪਣੇ ਜੀਵਨ ਦੇ ਅੰਦਰ ਕਿਸੇ ਨੇ ਉਹ ਪਰਮੇਸ਼ਰ ਵਾਹਿਗੁਰੂ ਨੂੰ ਆਪਣਾ ਮਾਲਕ ਜਾਣ ਕੇ ਅਤੇ ਆਪ ਉਹਦੇ ਜਿਵੇਂ ਗੋਲੇ ਹੁੰਦੇ ਹੈ, ਗੋਲੇ ਬਣ ਕੇ ਇੱਦਾਂ ਪਰਮੇਸ਼ਰ ਦੀ ਅਰਾਧਨਾ ਕੀਤੀ ਕਿ ਪਰਮੇਸ਼ਰ ਵਾਹਿਗੁਰੂ ਤੂੰ ਸਾਡਾ ਮਾਲਕ ਹੈ ਅਤੇ ਅਸੀਂ ਤੇਰੇ ਗੋਲੇ ਹਾਂ। ਨਾਨਕ ਘਰ ਕੇ ਗੋਲੇ। ਇਸੇ ਪ੍ਰਕਾਰ ਦੂਸਰੇ ਰੂਪ ਦੇ ਅੰਦਰ ਕਿਸੇ ਨੇ ਪਰਮੇਸ਼ਰ ਵਾਹਿਗੁਰੂ ਨੂੰ ਆਪਣਾ ਪਤੀ ਮੰਨ ਕੇ ਅਤੇ ਆਪ ਇਸਤਰੀ ਰੂਪ ਦੇ ਅੰਦਰ, ਜਿਵੇਂ ਇੱਕ ਇਸਤਰੀ ਪਤੀ ਦੇ ਹੁਕਮ 'ਚ ਚੱਲਦੀ ਹੈ, ਇੱਦਾਂ ਪਰਮੇਸ਼ਰ ਵਾਹਿਗੁਰੂ ਨੂੰ ਆਪਣਾ ਪਤੀ ਪਰਮੇਸ਼ਰ ਮੰਨ ਕੇ ਉਹਦੇ ਹੁਕਮ ਦੇ ਵਿੱਚ ਚੱਲ ਕੇ ਭਗਤੀ ਕੀਤੀ। ਇਸੇ ਪ੍ਰਕਾਰ ਹੀ ਕਿਸੇ ਨੇ ਉਹ ਪਰਮੇਸ਼ਰ ਵਾਹਿਗੁਰੂ ਨੂੰ ਮਿੱਤਰ ਜਾਣ ਕੇ ਕਿ ਜਿੱਥੈ ਹਰ ਆਰਾਧੀਐ ਤਿੱਥੈ ਹਰ ਮਿੱਤ ਸਹਾਈ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਸੇ ਪ੍ਰਕਾਰ ਹੀ ਕਿਸੇ ਨੇ ਉਹ ਪਰਮੇਸ਼ਰ ਵਾਹਿਗੁਰੂ ਨੂੰ ਮਾਤਾ ਪਿਤਾ ਜਾਣ ਕੇ ਅਤੇ ਆਪ ਬੱਚੇ ਬਣ ਕੇ ਉਹਦੀ ਅਰਾਧਨਾ ਕੀਤੀ। ਕਿਉਂਕਿ ਕਿਸੇ ਨਾ ਕਿਸੇ ਰੂਪ ਦੇ ਅੰਦਰ ਤੇ ਸਾਨੂੰ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਸੰਬੰਧ ਜੋੜਨ ਵਾਸਤੇ ਕੁਝ ਨਾ ਕੁਝ ਤੇ ਨਾਤਾ ਬਣਾਉਣਾ ਪੈਂਦਾ। ਇਸ ਕਰਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ, ਹਮ ਬਾਰਕ ਤਉ ਸਰਨਾਈ, ਪ੍ਰਭ ਆਪੇ ਪੈਜ ਰਖਾਈ। ਹੇ ਪਰਮੇਸ਼ਰ ਵਾਹਿਗੁਰੂ ਅਸੀਂ ਆਪ ਜੀ ਦੇ ਬਾਲਕ ਕਹੀਏ ਬੱਚੇ ਹਾਂ
ਤੇ ਤੇਰੀ ਸ਼ਰਨ ਦੇ ਵਿੱਚ ਹਾਂ, ਤੇ ਤੂੰ ਪਰਮੇਸ਼ਰ ਵਾਹਿਗੁਰੂ ਸਾਡੀ ਪੈਜ ਜਿਹੜੀ ਪ੍ਰਤੱਗਿਆ ਇੱਜ਼ਤ ਹੈ ਉਸ ਨੂੰ ਰੱਖਣ ਵਾਲਾ ਹੈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਣ ਲਾਗਾ, ਕਰੀ ਤੇਰਾ ਕਰਾਇਆ। ਸਤਿਗੁਰੂ ਜੀ ਕਹਿੰਦੇ, ਹੇ ਹਰੀ ਰਾਇਆ, ਰਾਜਾ ਰੂਪ ਪਰਮੇਸ਼ਰ ਵਾਹਿਗੁਰੂ ਤੂੰ ਹੀ ਸਾਡਾ ਮਾਤਾ ਹੈ ਤੇ ਤੂੰ ਹੀ ਸਾਡਾ ਪਿਤਾ ਹੈ। ਹਰ ਜੀਉ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਉਹ ਪਰਮੇਸ਼ਰ ਵਾਹਿਗੁਰੂ ਨੇ ਜਿੱਥੇ ਸੰਸਾਰੀ ਮਾਤਾ ਪਿਤਾ ਨੇ ਸੰਬੰਧ ਦੁਆਰਾ ਸਾਨੂੰ ਇਹ ਸਰੀਰ ਬਖਸ਼ਿਸ਼ ਕੀਤਾ, ਉੱਥੇ ਉਹ ਪਰਮੇਸ਼ਰ ਵਾਹਿਗੁਰੂ ਨੇ ਜੀਵ ਆਤਮਾ ਜਿਹੜੀ ਉਹਨੇ ਬਖਸ਼ਿਸ਼ ਕੀਤੀ। ਇਸ ਕਰਕੇ ਜਿੱਥੇ ਇਹ ਸੰਸਾਰੀ ਸਾਡੇ ਮਾਤਾ ਪਿਤਾ ਹਨ, ਉੱਥੇ ਉਹ ਪਰਮੇਸ਼ਰ ਵਾਹਿਗੁਰੂ ਸਾਡਾ ਮਾਤਾ ਪਿਤਾ ਹੈ। ਸਿੱਖ ਦੇ ਦੋ ਤਰ੍ਹਾਂ ਦੇ ਪਰਿਵਾਰ ਹੁੰਦੇ ਹੈ। ਇੱਕ ਤੇ ਸੰਸਾਰ ਦੇ ਅੰਦਰ ਸਾਡੇ ਮਾਤਾ ਪਿਤਾ ਭੈਣ ਭਰਾਈ ਰਿਸ਼ਤੇਦਾਰ, ਇਹ ਪਰਿਵਾਰ ਹਨ। ਇਸੇ ਪ੍ਰਕਾਰ ਇੱਕ ਸਿੱਖ ਦਾ ਦੂਸਰਾ ਪਰਿਵਾਰ ਹੈ ਗੁਣਾਂ ਦਾ। ਚੰਗੇ ਗੁਣ ਜਿਹੜੇ ਹੈ ਇਹ ਵੀ ਸਾਡਾ ਪਰਿਵਾਰ ਹੈ। ਜਿਵੇਂ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਅੰਦਰ ਬਚਨ ਕੀਤੇ ਹਨ, ਮਤ ਮਾਤਾ ਸੰਤੋਖ ਪਿਤਾ। ਜਿਹੜੀ ਚੰਗੀ ਮੱਤ ਹੈ, ਚੰਗੀ ਉੱਜਲ ਤੇ ਅਕਲ ਹੈ, ਉਹ ਮਾਤਾ ਦੀ ਨਿਆਈ ਹੈ। ਇਸੇ ਪ੍ਰਕਾਰ ਹੀ ਸੰਤੋਖ ਪਿਤਾ, ਜਿਹੜਾ ਸਬਰ ਤੇ ਸੰਤੋਖ ਰੱਖਣਾ, ਇਹ ਪਿਤਾ ਦੀ ਨਿਆਈ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ, ਹਰੀ ਪਰਮੇਸ਼ਰ ਵਾਹਿਗੁਰੂ ਤੂੰ ਆਪ ਹੀ ਸਾਡਾ ਮਾਤਾ ਪਿਤਾ ਹੈ, ਜਾਂ ਚੰਗੀ ਅਕਲ ਤੇ ਸੰਤੋਖ ਸਬਰ ਰੱਖਣਾ, ਇਹੀ ਮਾਤਾ ਪਿਤਾ ਰੂਪ ਗੁਣ ਹਨ। ਕਰ ਕਿਰਪਾ ਪ੍ਰਤਪਾਲਣ ਲਾਗਾ, ਪਰਮੇਸ਼ਰ ਵਾਹਿਗੁਰੂ ਤੂੰ ਕਿਰਪਾ ਕਰਕੇ ਸਭ ਦੀ ਪ੍ਰਤਪਾਲਣਾ ਜਿਹੜੀ ਆ ਉਹ ਵਿਸ਼ੇਸ਼ ਕਰਕੇ ਕਰਦਾ ਹੈ। ਤੇਰਾ ਹੀ ਕਰਾਇਆ ਹੋਇਆ ਸਭ ਕੁਝ ਕੀਤਾ ਹੈ। ਪਾਲਣਾ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਹੈ। ਉਹ ਪਰਮੇਸ਼ਰ ਵਾਹਿਗੁਰੂ ਸਭ ਜੀਆਂ ਦੀ ਪਾਲਣਾ ਕਰਦਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨ ਆਵਈ, ਅਗਣਤ ਭਰੇ ਭੰਡਾਰ। ਐਸੇ ਉਹ ਪਰਮੇਸ਼ਰ ਵਾਹਿਗੁਰੂ ਦੇ ਭੰਡਾਰੇ ਭਰੇ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਲਿਖੇ ਹਨ ਕਿ ਉਹ ਪਰਮੇਸ਼ਰ ਵਾਹਿਗੁਰੂ ਐਸਾ ਦਾਤਾ ਹੈ, ਇਸ ਤਰ੍ਹਾਂ ਦੇ ਨਾਲ ਪਾਲਣਾ ਕਰਨ ਵਾਲਾ ਕਿ ਸਾਰਿਆਂ ਦੇ ਔਗਣ ਤੇ ਗੁਨਾਹ ਦੇਖਦਾ ਹੋਇਆ ਵੀ ਉਹ ਰਿਜ਼ਕ ਨਹੀਂ ਬੰਦ ਕਰਦਾ। ਐਸੀ ਉਹਦੀ ਦਿਆਲਤਾ ਹੈ। ਇੱਦਾਂ ਨਹੀਂ ਕਰਦਾ ਕਿ ਇਹ ਗੁਨਾਹ ਕਰਦਾ, ਇਹ ਪਾਪ ਕਰਦਾ, ਇਹਨੂੰ ਰੋਟੀ ਨਹੀਂ ਦੇਣੀ। ਸੰਸਾਰ ਦੇ ਜੀਆਂ ਦੇ ਤੇ ਸੁਭਾਅ ਹੋ ਸਕਦੇ ਹੈ ਵੀ ਕਿਸੇ ਨੂੰ ਨਾ ਦੇਣ ਉਹਦੇ ਔਗਣ ਵੇਖ ਕੇ, ਪਰ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਸਭ ਦੇ ਔਗਣ ਵੇਖਦਾ ਹੋਇਆ, ਸਭ ਦੇ ਗੁਨਾਹ ਵੇਖਦਾ ਹੋਇਆ ਰਿਜ਼ਕ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਸਭ ਨੂੰ ਦਿੰਦਾ, ਸਭ ਦੀ ਪਾਲਣਾ ਪੋਸ਼ਣਾ ਕਰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਪਰਮੇਸ਼ਰ ਵਾਹਿਗੁਰੂ ਤੂੰ ਸਭ ਦੀ ਪਾਲਣਾ ਕਰਨ ਵਾਲਾ ਹੈ, ਕਰੀ ਤੇਰਾ ਕਰਾਇਆ। ਇਹ ਸਭ ਕੁਝ ਕੀਤਾ ਹੋਇਆ ਪਰਮੇਸ਼ਰ ਵਾਹਿਗੁਰੂ ਤੇਰਾ ਹੀ ਹੈ। ਇਸ ਕਰਕੇ ਸਾਡੀ ਜਿਹੜੀ ਹੰਗਤਾ ਹੈ, ਸਾਡੀ ਜਿਹੜਾ ਸੂਖਮ ਹੰਕਾਰ ਧਾਰਨ ਕਰਨਾ ਕਿ ਮੈਂ ਕੀਤਾ ਹੈ, ਮੈਂ ਕਰਨਾ ਹੈ, ਇਹ ਜਿਹੜਾ ਹੰਕਾਰ ਹੈ ਇਹ ਤੇ ਤੁੱਛ ਜਿਹਾ, ਇਹ ਤੇ ਕਿਸੇ ਹੱਦ ਤੱਕ ਵੀ ਪਰਮੇਸ਼ਰ ਵਾਹਿਗੁਰੂ ਤੇਰੇ ਬਰਾਬਰ ਨਹੀਂ। ਕਿਉਂਕਿ ਸਭ ਕੁਝ ਤੇ ਤੂੰ ਕੀਤਾ ਹੋਇਆ। ਇਹ ਸਰੀਰ ਨੂੰ ਤੂੰ ਦਿੱਤਾ, ਸਰੀਰ ਦੇ ਅੰਗ ਪ੍ਰਤੰਗ ਸਹੀ ਕੰਮ ਕਰਦੇ ਤੂੰ ਦਿੱਤੇ, ਇਹ ਸਵਾਸ ਜਿਹੜੇ ਉਹ ਤੂੰ ਦਿੱਤੇ, ਚੰਗੀ ਧਰਤੀ 'ਤੇ ਜਨਮ ਤੂੰ ਦਿੱਤਾ, ਇਹ ਸਭ ਕੁਝ ਤੇ ਤੂੰ ਦਿੱਤਾ ਹੋਇਆ ਜੋ ਅਸੀਂ ਨਹੀਂ ਮੰਗਿਆ ਸੀ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਸਭ ਕੁਝ ਤੇਰਾ ਹੀ ਕੀਤਾ ਹੋਇਆ ਸੰਸਾਰ ਦੇ ਅੰਦਰ ਹੋ ਰਿਹਾ ਹੈ। ਰਹਾਉ ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਹਨ ਕਿ ਜਿੰਨੇ ਜੀਵ ਜੰਤ ਹਨ, ਜੀ ਜੰਤ ਸੂਖਮ ਤੇ ਸਥੂਲ, ਇੱਕ ਤੇ ਉਹ ਜੀਵ ਹਨ ਜਿਹੜੇ ਸਾਨੂੰ ਦਿਸਣ ਦੇ ਵਿੱਚ ਆ ਜਾਂਦੇ ਆ ਸਥੂਲ ਰੂਪ ਦੇ ਅੰਦਰ, ਇੱਕ ਬੜੇ ਸੂਖਮ ਤੇ ਛੋਟੇ ਰੂਪ ਦੇ ਅਣੂ ਰੂਪ ਦੇ ਅੰਦਰ ਹਨ। ਉਹ ਸਭ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਜੀ ਜੰਤ ਤੇਰੇ ਧਾਰੇ, ਪਰਮੇਸ਼ਰ ਵਾਹਿਗੁਰੂ ਤੇਰੇ ਹੀ ਆਸਰੇ ਜਿਹੜੇ ਹੈ ਉਹ ਬਣੇ ਹੋਏ ਹਨ। ਪ੍ਰਭ ਡੋਰੀ ਹਾਥ ਤੁਮਾਰੇ, ਪਰਮੇਸ਼ਰ ਵਾਹਿਗੁਰੂ ਸਭ ਦੀ ਜਿਹੜੀ ਰਿਜ਼ਕ ਰੂਪੀ ਡੋਰੀ ਹੈ, ਸਭ ਦੀ ਸਵਾਸਾਂ ਰੂਪੀ ਡੋਰ ਜਿਹੜੀ ਹੈ ਉਹ ਤੇਰੀ ਹੱਥ ਦੇ ਵਿੱਚ ਹੈ। ਤੂੰ ਹੀ ਆਪਣੀ ਜਦੋਂ ਡੋਰ ਖਿੱਚਦਾ ਹੈ ਤੇ ਉਹ ਸਵਾਸ ਜਿਹੜੇ ਹੈ ਫਿਰ ਨਿਕਲ ਜਾਂਦੇ ਹੈ। ਕਈ ਵਾਰ ਇਨਸਾਨ ਮੌਤ ਨੂੰ ਆਵਾਜ਼ਾਂ ਮਾਰਦੇ ਹੈ, ਨਹੀਂ ਆਉਂਦੀ। ਕਈ ਵਾਰ ਅਚਨਚੇਤ ਹੀ ਬੰਦੇ ਦੇ ਨਾਲ ਉਹ ਚਲਿਆ ਜਾਂਦਾ।
ਕਿਉਂਕਿ ਡੋਰੀ ਉਹਦੇ ਹੱਥ ਦੇ ਵਿੱਚ ਹੈ। ਉਹ ਪਰਮੇਸ਼ਰ ਵਾਹਿਗੁਰੂ ਨੇ ਡੋਰ ਆਪਣੇ ਹੱਥ ਦੇ ਵਿੱਚ ਰੱਖੀ ਹੋਈ ਹੈ। ਜਦੋਂ ਉਹ ਸਵਾਸ ਪੂਰੇ ਹੋ ਜਾਂਦੇ ਉਹ ਖਿੱਚ ਲੈਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਜਿਹੜੀ ਡੋਰੀ ਹੈ ਸਵਾਸਾਂ ਦੀ, ਇਸੇ ਪ੍ਰਕਾਰ ਰੋਜੀ ਰੋਟੀ ਦੀ, ਉਹ ਤੂੰ ਆਪਣੇ ਹੱਥ ਦੇ ਵਿੱਚ ਰੱਖੀ ਹੈ। ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸਰਣਾ। ਸਤਿਗੁਰੂ ਜੀ ਉਚਾਰਨ ਕਰਦੇ ਹਨ ਪਰਮੇਸ਼ਰ ਵਾਹਿਗੁਰੂ, ਜੋ ਤੂੰ ਕਰਨਾ ਹੈ ਉਹੀ ਤੂੰ ਕਰਾਉਣਾ ਹੈ। ਜੋ ਤੂੰ ਕਰਨਾ ਚਾਹੇ ਉਹੀ ਸੰਸਾਰ ਦੇ ਅੰਦਰ ਹੁੰਦਾ ਹੈ। ਤੇਰੀ ਹੀ ਇੱਛਾ ਸ਼ਕਤੀ ਦੁਆਰਾ ਇਹ ਸੰਸਾਰ ਜਿਹੜਾ ਰਚਿਆ ਜਾਂਦਾ, ਤੇਰੇ ਹੀ ਫੁਰਨੇ ਦੁਆਰਾ ਇਹ ਸਭ ਜਿਹੜੇ ਜੀਵ ਹਨ ਉਹ ਰਚੇ ਜਾਂਦੇ ਹਨ। ਤੇਰੀ ਹੀ ਕਿਰਪਾ ਦੁਆਰਾ ਇਹ ਚਾਰ ਖਾਣੀਆਂ ਦੁਆਰਾ ਸ੍ਰਿਸ਼ਟੀ ਜਿਹੜੀ ਉਹ ਰਚੀ ਜਾ ਰਹੀ ਹੈ। ਅੰਡਜ ਜੇਰਜ ਸੇਤਜ ਉਤਪੁਜ ਤੇਰੇ ਕੀਏ ਜਨਤਾ। ਜਿੰਨੇ ਜੰਤ ਹਨ ਇਹ ਚਾਰ ਖਾਣੀਆਂ ਦੁਆਰਾ ਸ੍ਰਿਸ਼ਟੀ ਦੀ ਪੈਦਾਇਸ਼ ਮੰਨੀ ਹੈ। ਆਂਡਿਆਂ ਦੁਆਰਾ ਸ੍ਰਿਸ਼ਟੀ ਰਚੀ ਜਾਂਦੀ ਹੈ। ਇਸੇ ਪ੍ਰਕਾਰ ਜੇਰ ਦੁਆਰਾ ਸੇਤਜ ਧਰਤੀ ਚੋਂ ਉਤਪੁਜ, ਇਸੇ ਪ੍ਰਕਾਰ ਇਹ ਜਿੰਨੀਆਂ ਚਾਰ ਖਾਣੀਆਂ ਦੀ ਰਚਨਾ ਹੈ ਇਹਨਾਂ ਨੂੰ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਤੂੰ ਆਪ ਹੀ ਹੈ। ਨਾਨਕ ਦਾਸ ਤੇਰੀ ਸਰਨਾ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਅਸੀਂ ਤੇਰੀ ਹੀ ਸ਼ਰਨ ਦੇ ਵਿੱਚ, ਤੇਰੇ ਦਾਸਰੇ ਬਣ ਕੇ ਤੇਰੀ ਸ਼ਰਨ ਦੇ ਵਿੱਚ ਪਏ ਹਾਂ। ਸੋਰਠ ਮਹੱਲਾ ਪੰਜਵਾ। ਹਰ ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅਗਲੇ ਸ਼ਬਦ ਦੇ ਅੰਦਰ ਉਚਾਰਨ ਕਰਦੇ ਹਨ ਕਿ ਹਰੀ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਪਰੋ ਲਿਆ। ਜਿਵੇਂ ਫੁੱਲਾਂ ਦੀ ਮਾਲਾ ਆਪਾਂ ਦੇਖਦੇ ਹਾਂ ਜਾਂ ਇਸੇ ਪ੍ਰਕਾਰ ਮੋਤੀਆਂ ਦੀ ਮਾਲਾ ਦੇਖਦੇ ਹਾਂ, ਇੱਕੋ ਧਾਗੇ ਵਿੱਚ ਦੀ ਫੁੱਲ ਆਪਾਂ ਲੰਘਾ ਦਿੰਦੇ ਹਾਂ, ਮਣਕੇ ਲੰਘਾ ਦਿੰਦੇ ਹਾਂ, ਪਰੋ ਦਿੰਦੇ ਹਾਂ, ਮਾਲਾ ਬਣ ਜਾਂਦੀ ਹੈ, ਬੜੀ ਸੋਹਣੀ ਲੱਗਦੀ ਹੈ। ਇਸੇ ਪ੍ਰਕਾਰ ਹੀ ਸਾਡੇ ਸਵਾਸਾਂ ਦੀ ਮਾਲਾ ਹੈ। ਸਵਾਸ ਜਿਹੜੇ ਆ ਸਾਡੇ ਲਗਾਤਾਰ ਚੱਲਦੇ ਰਹਿੰਦੇ ਆ। ਇਹਨਾਂ ਸਵਾਸਾਂ ਰੂਪੀ ਸੂਤ ਦੇ ਅੰਦਰ, ਇਹ ਸਵਾਸਾਂ ਰੂਪੀ ਧਾਗੇ ਦੇ ਅੰਦਰ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਪਰੋ ਲਿਆ ਹੈ, ਹਰ ਇੱਕ ਸਾਹ ਦੇ ਨਾਲ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਹੈ। ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਸਵਾਸਾਂ ਦੀ ਡੋਰ ਦੇ ਨਾਲ, ਸਵਾਸਾਂ ਰੂਪੀ ਧਾਗੇ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਪਰੋ ਲਿਆ ਹੈ, ਉਹਨਾਂ ਦੇ ਸਤਿਗੁਰੂ ਜੀ ਕਹਿੰਦੇ ਸਭ ਕਾਜ ਹਮਾਰਾ ਹੋਇਆ। ਸਾਰੇ ਹੀ ਕਾਰਜ ਜਿਹੜੇ ਹੈ ਉਹਨਾਂ ਦੇ ਸਿੱਧ ਹੋ ਗਏ, ਸਫਲੇ ਹੋ ਗਏ ਹਨ। ਪ੍ਰਭ ਚਰਨੀ ਮਨ ਲਾਗਾ, ਪੂਰਨ ਜਾ ਕੇ ਭਾਗਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਪੂਰਨ ਤੇ ਉਤਕ੍ਰਿਸ਼ਟ ਚੰਗੇ ਭਾਗ ਹੁੰਦੇ ਆ, ਪ੍ਰਭ ਚਰਨੀ ਮਨ ਲਾਗਾ, ਉਹਨਾਂ ਦਾ ਮਨ ਜਿਹੜਾ ਨਾ ਉਹ ਪ੍ਰਭੂ ਪਰਮੇਸ਼ਰ ਦੇ ਚਰਨਾਂ 'ਚ ਲੱਗ ਜਾਂਦਾ। ਮਨ ਜਿਹੜਾ ਉਹ ਪ੍ਰਭੂ ਦੇ ਚਰਨਾਂ 'ਚ ਲੱਗ ਜਾਣਾ, ਮਨ ਜਿਹੜਾ ਉਹ ਗੁਰੂ ਕੀ ਬਾਣੀ 'ਚ ਲੱਗ ਜਾਣਾ, ਮਨ ਜਿਹੜਾ ਨਾਮ 'ਚ ਲੱਗ ਜਾਣਾ, ਮਨ ਜਿਹੜਾ ਗੁਰੂ ਕੀ ਸੇਵਾ 'ਚ ਲੱਗ ਜਾਣਾ, ਇਹ ਉੱਤਮ ਭਾਗਾਂ ਦੀ ਨਿਸ਼ਾਨੀ ਹੈ। ਇਤਿਹਾਸ ਦੇ ਅੰਦਰ ਬਚਨ ਆਉਂਦੇ ਹਨ ਮਹਾਕਵੀ ਭਾਈ ਸੰਤੋਖ ਸਿੰਘ ਜੀ ਦੇ ਕਿ ਮਨ ਸਾਡਾ ਜਾਗ ਗਿਆ, ਇਹਦੀ ਕੀ ਨਿਸ਼ਾਨੀ ਹੈ? ਕਿ ਹੁਣ ਸਾਡਾ ਮਨ ਜਿਹੜਾ ਉਹ ਸਿੱਧੇ ਰਸਤੇ ਪੈ ਗਿਆ, ਇਹਦੀ ਨਿਸ਼ਾਨੀ ਕੀ, ਇਹਦਾ ਪਤਾ ਕਿਵੇਂ ਲੱਗੇ ਕਿ ਹੁਣ ਸਾਡਾ ਮਨ ਜਿਹੜਾ ਨਾ ਸਹੀ ਰਾਹ 'ਤੇ ਤੁਰਿਆ ਜਾ ਰਿਹਾ। ਅਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਹਨ, ਮਨ ਜਾਗੇ ਕੀ ਇਹ ਨਿਸ਼ਾਨੀ, ਮੀਠੀ ਲਾਗੈ ਗੁਰ ਕੀ ਬਾਣੀ। ਕਿ ਜਦੋਂ ਗੁਰੂ ਕੀ ਪਾਵਨ ਗੁਰਬਾਣੀ ਸਾਨੂੰ ਮਿੱਠੀ ਲੱਗਣ ਲੱਗ ਜਾਏ, ਜੇ ਪੜ੍ਹਨ ਲੱਗ ਜਾਈਏ ਤਾਂ ਹਟਣ ਨੂੰ ਜੀ ਨਾ ਕਰੇ, ਜੇ ਸੁਣਨ ਲੱਗ ਜਾਈਏ ਤਾਂ ਸੁਣਨੋਂ ਜਿਹੜਾ ਉਹ ਜੀ ਅੱਕੇ ਨਾ, ਹਟੀਏ ਨਾ ਉੱਧਰੋਂ, ਇੱਦਾਂ ਜੀ ਕਰੇ ਵੀ ਸੁਣੀ ਚੱਲੀਏ, ਇੱਦਾਂ ਜੀ ਕਰੇ ਵੀ ਪੜ੍ਹੀ ਚੱਲੀਏ, ਅਤੇ ਸਮਝੋ ਕਿ ਸਾਡਾ ਮਨ ਜਿਹੜਾ ਹੁਣ ਸਹੀ ਰਸਤੇ 'ਤੇ ਪੈ ਗਿਆ। ਹੁਣ ਇਹਦਾ ਇਲਾਜ ਹੋਣਾ ਸ਼ੁਰੂ ਹੋ ਗਿਆ, ਹੁਣ ਇਹਦੀ ਮੈਲ ਲੈਣੀ ਸ਼ੁਰੂ ਹੋ ਗਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪ੍ਰਭੂ ਚਰਨਾਂ ਦੇ ਵਿੱਚ ਜਦੋਂ ਮਨ ਲੱਗ ਜਾਂਦਾ, ਮਨ ਦੇ ਅੰਦਰ ਉਹ ਸੰਸਕਾਰ ਬੈਠ ਜਾਂਦਾ ਕਿ ਇਹ ਆਪਾਂ ਕਰਨਾ, ਬਾਣੀ ਪੜ੍ਹਨੀ ਹੈ, ਮਨ ਅੰਦਰੋਂ ਕਹਿਣ ਲੱਗ ਜਾਂਦਾ ਨਾ, ਅਤੇ ਉਹ ਸਤਿਗੁਰੂ ਜੀ ਕਹਿੰਦੇ ਉੱਤਮ ਭਾਗਾਂ ਦੀ ਨਿਸ਼ਾਨੀ ਹੈ, ਪੁੰਨ ਰੂਪ ਕਰਮਾਂ ਦੀ ਨਿਸ਼ਾਨੀ ਹੈ। ਮਿਲ ਸਾਧ ਸੰਗ ਹਰ ਧਿਆਇਆ। ਸਤਿਗੁਰੂ ਜੀ ਕਹਿੰਦੇ ਫਿਰ ਜਿਨ੍ਹਾਂ ਨੇ ਸਾਧ ਸੰਗਤ ਦੇ ਵਿੱਚ ਮਿਲ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ,
ਆਠ ਪਹਿਰ ਅਰਾਧਿਓ ਹਰ ਹਰ, ਮਨ ਚਿੰਦਿਆ ਫਲ ਪਾਇਆ। ਸਤਿਗੁਰੂ ਜੀ ਕਹਿੰਦੇ ਕਿੰਨਾ ਚਿਰ ਅਰਾਧਨਾ ਹੈ? 8 ਪਹਿਰ, ਅੱਠੇ ਪਹਿਰ ਹੀ। ਅੱਠੇ ਪਹਿਰ ਦੇ ਅੰਦਰ 24 ਘੰਟੇ ਆ ਜਾਂਦੇ, ਭਾਵ ਕਿ 24 ਘੰਟੇ ਅੱਠੇ ਪਹਿਰ ਹਰ ਸਵਾਸ ਦੇ ਨਾਲ, ਹਰ ਇੱਕ ਇੱਕ ਆਉਂਦੇ ਜਾਂਦੇ ਸਵਾਸ ਦੇ ਨਾਲ ਜਿਨ੍ਹਾਂ ਨੇ ਅਰਾਧਿਆ ਹੈ ਪਰਮੇਸ਼ਰ ਦੇ ਨਾਮ ਨੂੰ। ਕਿਉਂਕਿ ਇਹ ਅਭਿਆਸ ਪਹਿਲੇ ਦਿਨ ਤੋਂ ਹੀ ਨਹੀਂ ਬਣ ਜਾਂਦਾ, ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਸਾਡੇ ਸਵਾਸ ਜਿਹੜੇ ਹੈ ਇਹ ਰੁਕਦੇ ਨਹੀਂ, ਚਾਹੇ ਆਪਾਂ ਸੁੱਤੇ ਹਾਂ, ਚਾਹੇ ਆਪਾਂ ਜਾਗਦੇ ਹਾਂ, ਚਾਹੇ ਆਪਾਂ ਬੈਠੇ ਹਾਂ, ਚਾਹੇ ਤੁਰੇ ਫਿਰਦੇ, ਚੱਲੀ ਜਾਂਦੇ। ਅਤੇ ਇਹਨਾਂ ਸਵਾਸਾਂ ਦਾ ਧਿਆਨ ਰੱਖ ਕੇ ਨਾਮ ਜਪਣਾ, ਇਹ ਇੱਕ ਜੁਗਤੀ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਜਦੋਂ ਆਪਾਂ ਸਵਾਸਾਂ ਦੇ ਨਾਲ ਨਾਮ ਜਪਾਂਗੇ ਤੇ ਫਿਰ ਆਪਾਂ ਚਾਹੇ ਸੁੱਤੇ ਹਾਂ, ਚਾਹੇ ਜਾਗਦੇ ਹਾਂ, ਨਾਮ ਚੱਲੀ ਜਾਣਾ। ਇਸ ਕਰਕੇ ਸਤਿਗੁਰਾਂ ਨੇ ਇਹਦੇ 'ਤੇ ਜ਼ਿਆਦਾ ਜ਼ੋਰ ਆਪਾਂ ਨੂੰ ਦਿੱਤਾ ਕਿ ਜਦੋਂ ਨਾਮ ਜਪਣਾ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਅਤੇ ਸਵਾਸਾਂ ਦਾ ਧਿਆਨ ਰੱਖ ਕੇ ਫਿਰ ਜਿਹੜੀ ਨਾਮ ਦੀ ਅਰਾਧਨਾ ਆਪਾਂ ਕਰਦੇ ਹਾਂ ਅਤੇ ਉਹਦੇ ਅੰਦਰ ਸਤਿਗੁਰੂ ਜੀ ਕਹਿੰਦੇ 8 ਪਹਿਰ ਅਰਾਧਿਓ। ਫਿਰ ਜਿਵੇਂ ਜਿਵੇਂ ਕਿਸੇ ਦਾ ਅਭਿਆਸ ਪੱਕਦਾ ਜਾਂਦਾ, ਫਿਰ ਉਹ ਅੱਠੇ ਪਹਿਰ ਹੀ ਪਰਮੇਸ਼ਰ ਦੇ ਨਾਮ ਦੇ ਅਰਾਧਨ ਦੇ ਵਿੱਚ ਲੱਗ ਜਾਂਦਾ। ਮਨ ਚਿੰਦਿਆ ਫਲ ਪਾਇਆ, ਫਿਰ ਜਿਹੜਾ ਮਨ ਇੱਛਤ ਫਲ ਹੈ ਉਹਦੀ ਪ੍ਰਾਪਤੀ ਉਹਨੂੰ ਹੋ ਜਾਂਦੀ ਹੈ। ਪਰਾ ਪੂਰਬਲਾ ਅੰਕੁਰ ਜਾਗਿਆ, ਰਾਮ ਨਾਮ ਮਨ ਲਾਗਿਆ। ਸਤਿਗੁਰੂ ਜੀ ਕਹਿੰਦੇ ਪਰਾ ਤੋਂ ਭਾਵ ਜਿਹੜਾ ਉਤਕ੍ਰਿਸ਼ਟ ਉੱਤਮ, ਪੂਰਬਲਾ ਜਿਹੜਾ ਕੋਈ ਪਹਿਲਾਂ ਕੀਤਾ ਹੋਇਆ ਪੁੰਨ ਰੂਪ ਕਰਮ ਹੈ, ਉਹਦਾ ਅੰਕੁਰ ਤੋਂ ਭਾਵ ਹੈ ਕਿ ਬੀਜ, ਇੱਕ ਬੀਜ ਹੁੰਦਾ, ਇੱਕ ਉਹਦਾ ਅੰਕੂਰ ਹੁੰਦਾ। ਜਦੋਂ ਬੀਜ ਦੇ ਵਿੱਚੋਂ ਬੀਜ ਟੁੱਟਦਾ ਉਹਦੇ 'ਚੋਂ ਅੰਕੂਰ ਪੈਦਾ ਹੁੰਦਾ। ਉਹ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਪੁੰਨ ਰੂਪ ਜਿਹੜੇ ਕਰਮ ਕੀਤੇ ਹੋਏ ਆ, ਉਹਨਾਂ ਪੁੰਨਾਂ ਰੂਪੀ ਕਰਮਾਂ ਦੇ ਵਿੱਚੋਂ ਕੋਈ ਜਦੋਂ ਚੰਗਾ ਭਾਗ, ਚੰਗਾ ਸਮਾਂ ਜਿਹੜਾ ਪ੍ਰਗਟ ਹੋ ਜਾਂਦਾ, ਹਰ ਰਾਮ ਨਾਮ ਮਨ ਲਾਗੇ। ਫਿਰ ਸਤਿਗੁਰੂ ਜੀ ਕਹਿੰਦੇ ਮਨ ਜਿਹੜਾ ਨਾ ਉਹ ਰਾਮ ਦੇ ਨਾਮ ਦੇ ਵਿੱਚ ਲੱਗ ਜਾਂਦਾ। ਜਿਨ੍ਹਾਂ ਨੇ ਕੋਈ ਪੁੰਨ ਰੂਪ ਕਰਮ ਕੀਤੇ ਹੁੰਦੇ ਆ, ਕਈ ਵਾਰ ਆਪਾਂ ਸੰਸਾਰ ਦੇ ਅੰਦਰ ਐਸੇ ਜੀਵਾਂ ਨੂੰ ਵੇਖਦੇ ਹਾਂ, ਐਸੇ ਮਨੁੱਖਾਂ ਨੂੰ ਵੇਖਦੇ ਹਾਂ ਕਿ ਚਾਹੇ ਉਹ ਸਾਰੀ ਉਮਰ ਕਰੀ ਜਾਂਦੇ ਆ ਕਰਮ ਉੱਦਾਂ ਦੇ, ਪਰ ਜਦੋਂ ਮੁੜਦੇ ਆ ਇੱਕ ਛਿਣ ਦੇ ਵਿੱਚ ਹੀ ਮੁੜ ਜਾਂਦੇ। ਇੱਕ ਖਿਣ ਦੇ ਵਿੱਚ ਹੀ, ਥੋੜ੍ਹੇ ਸਮੇਂ ਦੇ ਅੰਦਰ ਹੀ ਸਭ ਕੁਝ ਛੱਡ ਛੁਡਾ ਕੇ ਅਤੇ ਉਹ ਭਗਤੀ ਵਾਲੇ ਬਣ ਜਾਂਦੇ। ਜਿਵੇਂ ਸਾਧੂ ਮਹਾਤਮਾ ਦੇ ਜੀਵਨ ਦੇ ਅੰਦਰ ਇੱਕ ਘਟਨਾ ਆਉਂਦੀ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀ, ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਸਮੇਂ ਦੀ ਇੱਕ ਘਟਨਾ ਹੈ ਕਿ ਉਹ ਇੱਦਾਂ ਕਥਾ ਵਾਰਤਾ ਕਰਦੇ ਹੋਏ ਨਗਰਾਂ ਦੇ ਅੰਦਰ, ਕਿਸੇ ਨਗਰ ਦੇ ਅੰਦਰ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਸੀ ਜਿਹੜਾ ਉਹ ਸਾਰਾ ਪ੍ਰਭੂ ਭਗਤੀ ਵਾਲਾ, ਗੁਰੂ ਵਾਲਾ, ਸਿੱਖੀ ਵਾਲਾ। ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਉਹਨਾਂ ਦਾ ਲੜਕਾ, ਉਹ ਜਿਹੜਾ ਸੀ ਉਹ ਸਾਰਾ ਦਿਨ ਸ਼ਰਾਬ ਪੀ ਜਾਂਦਾ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਹੀ ਕੰਮ ਉਸਦਾ। ਅਤੇ ਉਹਨਾਂ ਨੇ ਕਿਹਾ ਕਿ ਮਹਾਂਪੁਰਸ਼ੋ ਤੁਸੀਂ ਕੋਈ ਇਹਨੂੰ ਬਚਨ ਕਹੋ, ਕੋਈ ਇਹਨੂੰ ਕਹੋ ਅਤੇ ਛੱਡੇ ਇਹ। ਅਤੇ ਜਦੋਂ ਮਹਾਂਪੁਰਸ਼ ਕਹਿਣ ਲੱਗੇ ਵੀ ਤੂੰ ਬੱਚਾ ਇਹਨੂੰ ਛੱਡ ਦੇ, ਚੀਜ਼ ਜਿਹੜੀ ਹੈ ਵੀ ਇਹਦੇ ਨਾਲ ਸਮੇਂ ਦੀ ਬਰਬਾਦੀ ਹੈ, ਤੇਰੇ ਜੀਵਨ ਦੀ ਬਰਬਾਦੀ ਹੈ। ਅਤੇ ਉਸ ਸਮੇਂ ਉਹਨੇ ਕੋਈ ਜਵਾਬ ਨਹੀਂ ਦਿੱਤਾ। ਅਤੇ ਸੰਤ ਬਾਬਾ ਸੁੰਦਰ ਸਿੰਘ ਜੀ ਕਹਿਣ ਲੱਗੇ ਕਿ ਤੁਸੀਂ ਇਹਨੂੰ ਕੁਝ ਨਹੀਂ ਕਹਿਣਾ, ਇਹਨੇ ਆਪੇ ਛੱਡ ਦੇਣੀ ਹੈ। ਉਸ ਤੋਂ ਬਾਅਦ ਕਹਿੰਦੇ ਸਮਾਂ ਪਿਆ, ਮਹਾਂਪੁਰਸ਼ ਸੱਚਖੰਡ ਚਲੇ ਗਏ। ਉਹਨਾਂ ਤੋਂ ਮਗਰੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ। ਅਤੇ ਉਹ ਜਿਹੜਾ ਬੱਚਾ ਸੀ, ਕਹਿੰਦੇ ਨੌਜਵਾਨ ਸੀ, ਉਹ ਸਾਰਾ ਦਿਨ ਇੱਦਾਂ ਹੀ ਉਹਦਾ ਕੰਮ ਜਿਹੜਾ ਚੱਲਿਆ ਕਰੇ। ਜਦੋਂ ਇਹਨਾਂ ਪੋਹ ਦੇ ਦਿਨਾਂ ਦੇ ਅੰਦਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਆਇਆ ਅਤੇ ਉਹਦੇ ਜਿਹੜੇ ਕੋਈ ਨਾਲ ਦੇ ਮਿੱਤਰ ਦੋਸਤ ਸਨ, ਉਹ ਕਹਿਣ ਲੱਗੇ ਵੀ ਆਪਾਂ ਉੱਥੇ ਮੇਲੇ 'ਤੇ ਜਾਣਾ, ਸਾਹਿਬਜ਼ਾਦਿਆਂ ਦੇ ਫਤਿਹਗੜ੍ਹ ਸਾਹਿਬ ਜਾਣਾ। ਉਹਨੂੰ ਵੀ ਤਿਆਰ ਕਰ ਲਿਆ। ਜਦੋਂ ਕਹਿੰਦੇ ਉਹ ਚਲਿਆ ਗਿਆ, ਉੱਥੇ ਜਾ ਕੇ ਦੀਵਾਨ ਹਾਲ ਦੇ ਅੰਦਰ ਬੈਠਾ ਅਤੇ ਉੱਥੇ ਢਾਡੀ ਸਿੰਘ ਜਿਹੜੇ ਸਨ ਉਹ ਪ੍ਰਚਾਰ ਕਰ ਰਹੇ ਸਨ। ਅਤੇ ਪ੍ਰਚਾਰ ਦੇ ਅੰਦਰ ਉਹ ਪ੍ਰਸੰਗ ਸੁਣਾ ਰਹੇ ਸਨ, ਚਮਕੌਰ ਦੀ ਜੰਗ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਾ ਪ੍ਰਸੰਗ।
ਜਦੋਂ ਕਹਿੰਦੇ ਉਹਨੇ ਸੁਣਿਆ, ਸਾਰਾ ਪ੍ਰਸੰਗ ਸੁਣਦਾ ਗਿਆ ਤੇ ਸੁਣਦਿਆਂ ਉੱਥੇ ਬੈਠਾ ਰੋਣ ਲੱਗ ਪਿਆ। ਬੜਾ ਉੱਚੀ ਜਦੋਂ ਰੋਇਆ, ਉਹ ਨਾਲ ਦੇ ਮਿੱਤਰਾਂ ਨੇ ਆਖਿਆ ਵੀ ਕੀ ਹੋਇਆ ਤੈਨੂੰ? ਤੇ ਉਹਨੇ ਜਦੋਂ ਚੁੱਪ ਕਰਾਇਆ ਤੇ ਉਹਨੇ ਸਭ ਤੋਂ ਪਹਿਲਾਂ ਬਚਨ ਕਿਹਾ ਕਿ ਅੰਮ੍ਰਿਤ ਛਕਣਾ। ਜਦੋਂ ਉਹਨਾਂ ਨੇ ਨਾਲਦਿਆਂ ਨੇ ਸੁਣਿਆ, ਉਹ ਕਹਿਣ ਲੱਗੇ ਵੀ ਐਡੀ ਛੇਤੀ ਤੂੰ ਇੱਧਰਲੇ ਬੰਨੇ ਕਿਵੇਂ? ਉਹ ਕਹਿੰਦਾ ਨਹੀਂ। ਉਸ ਸਮੇਂ ਉਹਨੇ ਇਹ ਉੱਥੇ ਬੈਠੇ ਨੇ ਪ੍ਰਣ ਕੀਤਾ ਕਿ ਉਹਨਾਂ ਚਿਰ ਪਾਣੀ ਨਹੀਂ ਪੀਣਾ ਜਿੰਨਾ ਚਿਰ ਅੰਮ੍ਰਿਤ ਨਹੀਂ ਛਕ ਲੈਂਦੇ। ਜਦੋਂ ਕਹਿੰਦੇ ਉੱਥੋਂ ਘਰੇ ਆ ਗਿਆ, ਉੱਥੋਂ ਉਸੇ ਤਰ੍ਹਾਂ ਹੀ ਕੁਝ ਨਹੀਂ ਖਾਧਾ ਪੀਤਾ। ਜਦੋਂ ਘਰੇ ਆ ਗਿਆ, ਘਰਦਿਆਂ ਨੇ ਵੀ ਆਖਿਆ ਤੇ ਘਰਦਿਆਂ ਨੂੰ ਵੀ ਇਹੀ ਬਚਨ ਕਿ ਪਹਿਲਾਂ ਅੰਮ੍ਰਿਤ ਛਕਣਾ। ਉਸ ਸਮੇਂ ਕਹਿੰਦੇ ਨੇੜਲੇ ਪਿੰਡ ਦੇ ਅੰਦਰ ਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉੱਥੇ ਜਥਾ ਕਥਾ ਕਰ ਰਿਹਾ ਸੀ। ਜਦੋਂ ਉਹਨਾਂ ਮਹਾਂਪੁਰਸ਼ਾਂ ਦੇ ਪਾਸ ਚਲੇ ਗਏ, ਤਕਰੀਬਨ ਰਾਤ ਦੇ 9 ਵਜੇ 8-9 ਵੱਜ ਚੁੱਕੇ। ਜਦੋਂ ਗਏ ਤੇ ਜਾ ਕੇ ਸਾਰੀ ਗੱਲ ਦੱਸੀ ਕਿ ਪਹਿਲਾਂ ਜੀ ਇੱਦਾਂ ਸੰਤ ਸੁੰਦਰ ਸਿੰਘ ਜੀ ਆਏ ਸੀ ਤੇ ਉਹਨਾਂ ਨੇ ਕਿਹਾ ਸੀ ਤੇ ਹੁਣ ਇਹ ਬੱਚਾ ਜਿਹੜਾ ਸਾਡਾ ਉਹ ਇੱਦਾਂ ਕਹਿ ਰਿਹਾ। ਤੇ ਮਹਾਂਪੁਰਸ਼ ਕਹਿਣ ਲੱਗੇ ਵੀ ਲੈ ਆਓ। ਤੇ ਮਹਾਂਪੁਰਸ਼ਾਂ ਨੇ ਉਸ ਸਮੇਂ ਕਹਿੰਦੇ ਰਾਤ ਨੂੰ 12 ਵਜੇ ਉਹ ਇਕੱਲੇ ਪ੍ਰਾਣੀ ਨੂੰ 5 ਪਿਆਰਿਆਂ ਸਿੰਘਾਂ ਨੂੰ ਆਖਿਆ ਵੀ ਤੁਸੀਂ ਹੁਣ ਇਹ ਨਹੀਂ ਵੇਖਣਾ ਵੀ ਇਹ ਇਕੱਲਾ, ਇਹ ਵੇਖਣਾ ਵੀ 1.25 ਲੱਖ ਹੈ। ਉਹ ਇਕੱਲੇ ਨੂੰ ਅੰਮ੍ਰਿਤ ਛਕਾਇਆ। ਜਦੋਂ ਕਹਿੰਦੇ ਉਹਨੇ ਅੰਮ੍ਰਿਤ ਛਕਿਆ, ਘਰ ਦੇ ਜਿਹੜੇ ਸਨ ਉਹ 4 ਵਜੇ 5 ਵਜੇ ਉੱਠਿਆ ਕਰਨ, ਉਹ ਰਾਤ ਨੂੰ 12 ਵਜੇ ਉੱਠ ਕੇ ਬਹਿ ਜਾਇਆ ਕਰੇ, ਮਾਲਾ ਲੈ ਲਿਆ ਕਰੇ ਤੇ ਸਿਮਰਨ ਕਰਨ ਲੱਗ ਜਾਇਆ ਕਰੇ। ਘਰਦਿਆਂ ਨੇ ਉਹਨੂੰ ਸਮਝਾਇਆ ਵੀ ਘਰ ਦੇ ਜਿਹੜੇ ਸਨ ਉਹਨਾਂ ਨੂੰ ਲਗਨ ਤੇ ਲੱਗੀ ਸੀ ਪਰ ਪੂਰੀ ਨਹੀਂ ਸੀ ਲੱਗੀ। ਉਹ ਕਹਿਣ ਲੱਗੇ ਵੀ ਠੀਕ ਆ, ਤੂੰ ਨਾਮ ਜਪਣਾ, ਬਾਣੀ ਪੜ੍ਹਨੀ ਹੈ, ਵੀ ਤੂੰ ਥੋੜ੍ਹਾ ਲੇਟ ਉੱਠਿਆ ਕਰ, ਨੀਂਦ ਪੂਰੀ ਲਿਆ ਕਰ। ਤੇ ਉਹਨੇ ਅੱਗੋਂ ਆਖਿਆ, ਕਹਿਣ ਲੱਗਿਆ ਵੀ ਮੈਂ ਤੇ ਹੁਣ ਸ਼ੁਰੂ ਹੋਇਆ, ਤੁਸੀਂ ਤੇ ਪਹਿਲਾਂ ਦੇ ਲੱਗੇ ਹੋ, ਮੈਂ ਤੇ ਪਿੱਛੇ ਰਹਿ ਜਾਣਾ, ਇਸ ਕਰਕੇ ਮੈਂ ਤੇ ਵੱਧ ਮਿਹਨਤ ਕਰਨੀ ਹੈ। ਸੋ ਕਹਿਣ ਤੋਂ ਭਾਵ ਕਿ ਇਹ ਜਿਹੜੀਆਂ ਸਾਖੀਆਂ ਘਟਨਾਵਾਂ ਜਦੋਂ ਘਟਦੀਆਂ ਹੈ ਨਾ, ਤੇ ਉਹ ਕੋਈ ਪੂਰਬਲਾ ਕਰਮ ਜਿਹੜਾ ਉਹ ਜਾਗ ਪੈਂਦਾ। ਪੂਰਬਲਾ ਅੰਕੁਰ ਜਿਹੜਾ ਕੋਈ ਪੁੰਨ ਰੂਪ ਕਰਮ ਕੀਤਾ ਹੁੰਦਾ ਨਾ, ਉਹ ਜਦੋਂ ਜਾਗ ਪੈਂਦਾ ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ, ਫਿਰ ਉਹ ਆਪੇ ਹੀ ਮਨ ਜਿਹੜਾ ਉਹ ਇੱਦਾਂ ਬਦਲਦਾ। ਤਾਂ ਸਤਿਗੁਰੂ ਜੀ ਕਹਿੰਦੇ ਪਰਾ ਪੂਰਬਲਾ ਅੰਕੁਰ ਜਾਗਿਆ, ਰਾਮ ਨਾਮ ਮਨ ਲੱਗਿਆ। ਜਿਨ੍ਹਾਂ ਦਾ ਪਰਾ ਪੂਰਬਲਾ ਜਿਹੜਾ ਕੋਈ ਉਤਕ੍ਰਿਸ਼ਟ ਪੁੰਨ ਰੂਪ ਕਰਮ ਉਹ ਜਾਗ ਜਾਂਦਾ, ਉਹ ਪ੍ਰਗਟ ਹੋ ਜਾਂਦਾ, ਤਾਂ ਸਤਿਗੁਰੂ ਜੀ ਕਹਿੰਦੇ ਰਾਮ ਦੇ ਨਾਮ ਦੇ ਵਿੱਚ ਜਿਹੜਾ ਮਨ ਹੈ ਉਹ ਸੁਤੇ ਸਿੱਧੀ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗ ਜਾਂਦਾ ਹੈ। ਮਨ ਤਨ ਹਰ ਦਰਸ ਸਮਾਵੈ, ਨਾਨਕ ਦਾਸ ਸੱਚੇ ਗੁਣ ਗਾਵੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਹਨ ਕਿ ਮਨ ਕਰਕੇ ਵੀ ਤਨ ਕਰਕੇ ਵੀ ਉਹ ਹਰੀ ਪਰਮੇਸ਼ਰ ਦੇ ਦਰਸ਼ਨਾਂ ਦੇ ਵਿੱਚ ਸਮਾ ਜਾਂਦੇ ਹੈ। ਤਨ ਜਿਹੜਾ ਉਹ ਵੀ ਗੁਰੂ ਕੀ ਸਿੱਖੀ ਦੀ ਰਹਿਤ ਦੇ ਵਿੱਚ ਰੰਗਿਆ ਜਾਂਦਾ, ਮਨ ਜਿਹੜਾ ਉਹ ਵੀ ਗੁਰੂ ਕੇ ਨਾਮ ਦੇ ਵਿੱਚ ਰੰਗਿਆ ਜਾਂਦਾ ਤੇ ਹਰੀ ਪਰਮੇਸ਼ਰ ਦੇ ਦਰਸ਼ਨਾਂ ਦੇ ਵਿੱਚ ਉਹ ਸਮਾ ਜਾਂਦੇ। ਨਾਨਕ ਦਾਸ ਸੱਚੇ ਗੁਣ ਗਾਵੇ। ਤਾਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਐਸੇ ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਅਸੀਂ ਸਦਾ ਹੀ ਗਾਉਣੇ, ਸਦਾ ਹੀ ਉਹਦੀਆਂ ਸਿਫਤ ਸਲਾਹ, ਉਹਦੇ ਜਸ ਨੂੰ ਅਸੀਂ ਆਪਣੀ ਰਸਨਾ ਦੁਆਰਾ, ਮਨ ਦੁਆਰਾ, ਬਾਣੀ ਦੁਆਰਾ ਉਹਨੂੰ ਉਚਾਰਨ ਕਰਦੇ ਹਾਂ, ਉਹ ਸੱਚੇ ਦੀ ਸਿਫਤ ਸਲਾਹ ਨੂੰ ਕਰਦੇ ਹਾਂ। ਇਸ ਪ੍ਰਕਾਰ ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਾਂ ਨੂੰ ਸੋਰਠ ਰਾਗ ਦੇ ਅੰਦਰ ਬਖਸ਼ਿਸ਼ ਕੀਤੇ ਹਨ। ਇਹਨਾਂ ਨੂੰ ਆਪਾਂ ਪੜ੍ਹਿਆ, ਸੁਣਿਆ ਹੈ, ਵਿਚਾਰਿਆ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਆਪਣੇ ਸਾਰਿਆਂ ਦੇ ਪੜ੍ਹਨ, ਸੁਣਨ, ਵਿਚਾਰਨ ਵਾਲਿਆਂ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਆਪਾਂ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ ਜੀ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਪਰਾ ਪੂਰਬਲਾ ਅੰਕੁਰ ਜਾਗਿਆ, ਰਾਮ ਨਾਮ ਮਨ ਲੱਗਿਆ। ਮਨ ਤਨ ਹਰ ਦਰਸ ਸਮਾਵੈ, ਨਾਨਕ ਦਾਸ ਸੱਚੇ ਗੁਣ ਗਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ,
हे दयाल लाल। प्राणनाथ अनाथ सखे दीन दर्द निवार। हे समरथ अगम पूरन मोहे मया तार। अंधकूप महाभयान नानक पार उतार। आए प्रभ शरणागति कृपा निध दयाल। एक अखर हर मन बसत नानक होत निहाल। जल थल महियल पूरया स्वामी सिरजनहार। अनक भांत होए पसरिया नानक ਏਕੰਕਾਰ। वाहिगुरु नाम जहाज है चढ़े सो तरे पार। जो शरदा कर सेवंदे गुरु पार उतारन। जो शरदा कर सेवंदे गुरु पार उतारन हार। तू ठाकुर तुम कह अरदास जियो पिंड सब